ਅਚਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ। रूप रंग अर रेख पेख को कह न सकत केहे। अचल मूरत अनपव प्रकाश अमितोज कहिजै। कोट इंद्र इंद्रान साहे साहान गनिजै। त्रिभवन महीप सुर नर असुर। नेत नेत बन तृण कहत तब सर्व नाम कथा कवण। कर्म नाम बरनत सुमत तब सर्व नाम कथा कवण। कर्म नाम बरनत सुमत। रे मन तेरो को नहीं खिंच ले जिन पार। बिरख बसेरो पंख को तैसो एहो संसार। राम रस पिया रे जिह रस बिसर गए रस और। हिदा पंख परहौणी दुनी सुहावा बाग। नौबत वजी सुबह स्यों चलन का कर साज। हौ आया दूर हों चल कह मैं तकी तो शरनाए जियो। मैं आशा रखी चित में मेरा सबो दुख गवाए जियो। अमगुण परे एक गुण नाही अमृत छाड़ बिखै बिख। माया मोह परम पै भूले सुत दारा स्यों प्रीत। एक उत्तम पंथ सुनियो गुर संगत तेह मिलंत जम त्रास मिटाई। एक अरदास पाठ कीरत की गुर रामदास राखो शरनाई। सुख टल गुर सेविया अहनिस सहज सो। दर्शन परसया गुरु का जन्म मरण दुख जाए। होवै सिफत खसामदी नूर हर सोह कुर सोह चटिया। तुद डिठै सच्चे पातशाह मल जन्म जन्म दी कटिया। सज्जन सच्चा पातशाह सिर शाहां दा। जिस पास बैठिया सोहिया सबना दा वेसा हो। सतनाम श्री वाहिगुरु जी। मारो महला पंजवा। बिरखा हेठ सब जंत इकट्ठे। एक तत्ते एक बोलन मिठे।
ਅਸਤ ਉਦੋਤ ਭਇਆ ਉਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਬਿਰਖੈ ਹੇਠ ਸਭ ਜੰਤ ਇਕੱਠੇ, ਇਕ ਤੱਤੇ ਇਕ ਬੋਲਨ ਮਿੱਠੇ। ਅਸਤ ਉਦੋਤ ਭਇਆ ਉਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਪਾਪ ਕਰੇਦੜ ਸਰ ਪ੍ਰਮੁੱਠੇ, ਅਜਰਾਇਲ ਫੜੇ ਫੜ ਕੁੱਠੇ। ਦੋਜਕ ਪਾਏ ਸਿਰਜਣਹਾਰੈ, ਲੇਖਾ ਮੰਗੈ ਬਾਣੀਆਂ। ਸੰਗ ਨਾ ਕੋਏ ਭਈਆ ਬੇਬਾ, ਮਾਲ ਜੋਬਨ ਧਨ ਛੋੜ ਵੰਜੇਸਾ। ਕਰਨ ਕਰੀਮ ਨ ਜਾਤੋ ਕਰਤਾ, ਤਿਲ ਪੀੜੇ ਜਿਉਂ ਕਹਾਣੀਆਂ। ਖੁਸ਼ ਖੁਸ਼ ਲੈਂਦਾ ਵਸਤ ਪਰਾਏ, ਵੇਖੈ ਸੁਣੇ ਤੇਰੇ ਨਾਲ ਖੁਦਾਏ। ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ। ਜਾਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹੈ ਪ੍ਰਾਣੀਆਂ। ਖਾਲ ਕਥਾ ਵੋ ਭੁੱਲਾ ਮੁੱਠਾ, ਦੁਨੀਆ ਖੇਲ ਬੁਰਾ ਰੁੱਠ ਤੁੱਠਾ। ਸਿਦਕ ਸਬੂਰੀ ਸੰਤ ਨ ਮਿਲਿਓ, ਵਤੈ ਆਪਣ ਭਾਣੀਆਂ। ਮੌਲਾ ਖੇਲ ਕਰੇ ਸਭ ਆਪੇ, ਇਕ ਕੱਢੇ ਇਕ ਲਹਿਰ ਵਿਆਪੇ। ਜਿਉਂ ਨਚਾਏ ਤਿਉਂ ਤਿਉਂ ਨਚਨ, ਸਿਰ ਸਿਰ ਕਿਰਤ ਵਿਹਾਣੀਆਂ। ਮਿਹਰ ਕਰੇ ਤਾਂ ਖਸਮ ਧਿਆਏ, ਸੰਤਾਂ ਸੰਗਤ ਨਰਕ ਨਾ ਪਾਏ। ਅੰਮ੍ਰਿਤ ਨਾਮ ਦਾਨ ਨਾਨਕ ਕੋ, ਗੁਣ ਗੀਤਾ ਨਿਤ ਵਖਾਣੀਆਂ। ਮਿਹਰ ਕਰੇ ਤਾਂ ਖਸਮ ਧਿਆਏ, ਸੰਤਾਂ ਸੰਗਤ ਨਰਕ ਨਾ ਪਾਏ। ਅੰਮ੍ਰਿਤ ਨਾਮ ਦਾਨ ਨਾਨਕ ਕੋ, ਗੁਣ ਗੀਤਾ ਨਿਤ ਵਖਾਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਵਾਲੀਏ ਕੁਲ ਆਲਮ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੇ ਪਾਵਨ ਮੁਬਾਰਕ ਚਰਨਾਂ ਨਾਲ ਨਿਵਾਜੀ ਧਰਤੀ, ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਜੀ ਕੇ ਪਾਵਨ ਮੁਕੱਦਸ ਸਥਾਨ ਤੇ ਭਾਵਨਾ ਅਦਬ ਅਕੀਦਤ ਨਾਲ ਨਮਸਕਾਰ ਕਰਕੇ ਜਨਮ ਸਫਲਾ ਰਹੇ ਸਤ ਸੰਗੀ ਜਨੋ, सतगुरु जीओ की रहमत कृपालता सदका महाराज जीओ की हजूरी विच जुड़ बैठे हा। पावन अमृत वेले आए हुए पावन श्री मुखवाक जी का पाठ उन्हें श्रवण कीता है।
ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਓ ਕੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਰਾਗ ਮਾਰੂ ਅੰਦਰ, ਜਿਹਦਾ ਪਿੱਛੇ ਸਿਰਲੇਖ ਮਾਰੂ ਅੰਜਲੀਆਂ ਹੈ, ਇਹ ਉਸ ਪਾਵਨ ਸਿਰਲੇਖ ਦਾ ਦੂਸਰਾ ਸ਼ਬਦ ਹੈ। ਪਹਿਲਾ ਸ਼ਬਦ ਮਹਾਰਾਜ ਜੀਆਂ ਨੇ ਇਸ ਸਿਰਲੇਖ ਦੇ ਹੇਠ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਇਹ ਸ਼ਬਦ ਉਚਾਰਨ ਕੀਤਾ। ਉਪਰੰਤ ਪੰਜਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਜੋ ਅੱਜ ਸ਼ਬਦ ਹੁਣ ਆਪਾਂ ਸਰਵਣ ਕੀਤਾ ਹੈ ਮੁੱਖ ਵਾਕ ਰੂਪ ਦੇ ਅੰਦਰ, ਇਹ ਸ਼ਬਦ ਦੂਸਰਾ ਹੈ ਜੋ ਅੰਜਲੀਆਂ ਸਿਰਲੇਖ ਦੇ ਹੇਠ ਹੈ। ਅੰਜਲੀ ਜੋ ਬੁੱਕ ਨੂੰ ਕਹਿੰਦੇ ਹਨ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਿ ਉਸ ਮਾਲਕ ਜਿਉਂ ਕਿ ਘਰ ਦੇ ਅੰਦਰ ਕਿਸ ਪ੍ਰਕਾਰ ਦੇ ਨਾਲ ਨਿਮਰਤਾ ਦੇ ਨਾਲ ਨਿਰਮਾਣਤਾ ਦੇ ਨਾਲ ਬਿਨਾਂ ਬੇਨਤੀ ਕਰਨੀ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਓ ਕੇ ਪਾਵਨ ਸ਼ਬਦ ਦੀ ਵਿਚਾਰ ਵਾਸਤੇ ਸਤਿਗੁਰੂ ਮਹਾਰਾਜ ਜੀਓ ਕੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਮਹਾਰਾਜ ਜੀਓ ਨੇ ਪੰਛੀਆਂ ਦੀ ਉਦਾਹਰਣ ਦੇ ਕਰਕੇ ਮਹਾਰਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ, ਹੈ ਭਾਈ, ਇਸ ਸੰਸਾਰ ਦੇ ਉੱਪਰ ਤਾਂ ਆਪਾਂ ਜਿਸ ਪ੍ਰਕਾਰ ਪੰਛੀ ਆਣ ਕੇ ਰਾਤ ਨੂੰ ਬੈਠਦੇ ਹਨ, ਸਵੇਰ ਹੋਈ ਆਪੋ ਆਪਣੀਆਂ ਥਾਵਾਂ ਤੇ ਉਡਾਰੀ ਮਾਰ ਕੇ ਚਲੇ ਜਾਂਦੇ ਹਨ, ਇਸ ਸੰਸਾਰ ਦੇ ਉੱਪਰ ਆਪਾਂ ਵੀ ਇਸੇ ਤਰ੍ਹਾਂ ਹਾਂ। ਰਾਤ ਵੇਲੇ ਪੰਛੀ ਆਏ, ਦਿਨ ਦਾ ਚੜਾ ਚੜਿਆ, ਸੂਰਜ ਚੜਿਆ, ਆਪੋ ਆਪਣੀਆਂ ਥਾਵਾਂ ਨੂੰ ਚਲੇ ਗਏ। ਤੇ ਮਹਾਰਾਜ ਕਹਿੰਦੇ ਹੈ ਤਾਂ ਸੰਸਾਰ ਦੀ ਇੱਕ ਰਾਤ ਹੀ ਜਿਸ ਥਾਂ ਤੇ ਆਪਾਂ ਬੈਠੇ ਹਾਂ, ਇਹ ਹੈ ਤਾਂ ਇੱਕ ਰਾਤ ਦੀ ਸਮਾਨ, ਜਿਹਨੂੰ ਮਹਾਰਾਜ ਜੀ ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਪਾਵਨ ਪਵਿੱਤਰ ਭਗਤ ਬਾਣੀ ਦੇ ਅੰਦਰ ਮਹਾਰਾਜ ਜੀ ਬਚਨ ਕਰਦੇ ਹਨ, ਕਹਿੰਦੇ ਜਿਸ ਪ੍ਰਕਾਰ ਇੱਕ ਰਾਤ ਹੈ, ਦਿਨ ਦਾ ਚੜਾ ਚੜਿਆ, ਆਪੋ ਆਪਣੀਆਂ ਥਾਵਾਂ ਤੇ ਚਲੇ ਗਏ ਪੰਛੀ, ਤੇ ਮਹਾਰਾਜ ਜੀਆਂ ਨੇ ਸ਼ਬਦ ਕਹੇ, ਭਾਈ ਆਪਾਂ ਵੀ ਪੰਛੀਆਂ ਦੀ ਨਿਆਈ ਹਾਂ। ਇਸ ਥਾਂ ਤੇ ਬੈਠੇ ਹਾਂ, ਸਬੱਬੀ ਮੇਲ ਬਣਿਆ ਬੈਠਾ ਹੈ, ਜਿਨ੍ਹਾਂ ਦੇ ਨਾਲ ਕੋਈ ਆਪਣੀ ਸਾਂਝ ਹੈ, ਪਰਿਵਾਰ ਦੇ ਨਾਲ ਸਾਂਝ ਹੈ, ਕੋਈ ਦੋਸਤ ਸਖਾ ਮਿੱਤਰ ਹੈ। ਇਹ ਸਬੱਬੀ ਉਹਨਾਂ ਪੰਛੀਆਂ ਦੀ ਉਡਾਰ ਵਿੱਚ ਆਣ ਕੇ ਆਪਾਂ ਮਿਲੇ ਹਾਂ। ਪਰ ਮਹਾਰਾਜ ਕਹਿੰਦੇ, ਭਾਈ, ਜਿਵੇਂ ਜਿਵੇਂ ਕਿਸੇ ਦੀ ਔਦ ਵਿਹਾਣੀ ਭਾਵ ਚਲੀ ਗਈ, ਸੰਸਾਰ ਤੋਂ ਉਹਨੇ ਉਡਾਰੀ ਮਾਰ ਜਾਣੀ ਹੈ। ਸ਼ਬਦ ਦੇ ਅੰਦਰ ਮਹਾਰਾਜ ਜੀਆਂ ਨੇ ਫਿਰ ਜੀਵ ਦੀ ਹਾਲਤ ਬਿਆਨ ਕੀਤੀ ਕਿ ਕਰਦਾ ਕੀ ਹੈ। ਇਸ ਥਾਂ ਤੇ ਇਸ ਸੰਸਾਰ ਦੇ ਅੰਦਰ ਰਹਿੰਦਾ ਹੋਇਆ ਖੁਸ ਲੈਂਦਾ ਵਸਤ ਪਰਾਈ, ਵੇਖੈ ਸੁਣੈ ਤੇਰੇ ਨਾਲ ਖੁਦਾਈ, ਦੁਨੀਆ ਲੱਭ ਪਾਇਆ ਖਤ ਅੰਦਰ, ਅਗਲੀ ਗੱਲ ਨਾ ਜਾਣੀਆਂ, ਜਮ ਜਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ। ਮਹਾਰਾਜ ਕਹਿੰਦੇ ਇਹ ਜੀਵ ਹੈ ਹੀ ਅੰਨਾ ਹੈ, ਇਹਨੂੰ ਪਤਾ ਨਹੀਂ ਲੱਗਦਾ ਕਿ ਜੋ ਮੈਂ ਸੰਸਾਰ ਦੇ ਉੱਪਰ ਅੱਜ ਕਰਮ ਕਰ ਰਿਹਾ ਹਾਂ, ਇਹ ਤੇਰੇ ਨਾਲ ਨਿਭਣਗੇ। ਕਈ ਵਾਰ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਵੀ ਆਪਾਂ ਬਚਨ ਦਰਸ਼ਨ ਕਰਨੇ ਹਾਂ। ਕਈ ਵਾਰ ਆਪਾਂ ਸਹਿਜ ਸੁਭਾਅ ਵੀ ਕਹਿ ਦਿੰਦੇ ਹਾਂ ਕਿ ਬੰਦਾ ਖਾਲੀ ਹੱਥ ਸੰਸਾਰ ਤੇ ਆਇਆ ਹੈ, ਖਾਲੀ ਹੱਥ ਜਾਏਗਾ। ਠੀਕ ਹੈ, ਮਾਇਕ ਪੱਖ ਤੋਂ, ਪੈਸੇ ਵਾਲੇ ਪੱਖ ਤੋਂ ਜੀਵ ਖਾਲੀ ਹੱਥ ਆਇਆ ਹੈ, ਖਾਲੀ ਹੱਥ ਜਾਏਗਾ। ਪਰ ਮਹਾਰਾਜ ਜੀ ਕਹਿਣ ਲੱਗੇ, ਇਹਨੇ ਜਨਮ ਲਿਆ ਤਾਂ ਵੀ ਭਰਿਆ ਆਇਆ, ਤੇ ਜਦੋਂ ਸੰਸਾਰ ਤੋਂ ਤੁਰਿਆ ਤਾਂ ਵੀ ਖਾਲੀ ਹੱਥ ਨਹੀਂ, ਆਪਣੇ ਚੰਗੇ ਮੰਦੇ ਲੇਖਾਂ ਨੂੰ ਨਾਲ ਲੈ ਕੇ ਤੁਰਿਆ ਹੈ। ਸਤਿਗੁਰੂ ਜੀਆਂ ਨੇ ਤਾਂ ਰਹਿਮਤ ਕੀਤੀ ਹੈ ਨਾ ਪਾਵਨ ਪਵਿੱਤਰ ਬਾਣੀ ਵਿੱਚ। ਕਈ ਵਾਰ ਕੀ ਵਾਪਰਦਾ ਹੈ, ਜਦੋਂ ਅਜਿਹੇ ਪ੍ਰਕਰਨ ਜਾਂ ਅਜਿਹੀ ਵਿਚਾਰ ਸ਼ਬਦ ਮਹਾਰਾਜ ਜੀਆਂ ਦੇ ਆਉਣ, ਖਾਸ ਤੌਰ ਤੇ ਜਦੋਂ ਕੋਈ ਮੌਤ ਦੇ ਪ੍ਰਕਰਨ ਦੀ ਕਥਾ ਕਰੀਏ, ਭਾਈ ਸਾਹਿਬ ਜੀ ਜੀਵ ਦਾ ਅਗਲਾ ਸਫ਼ਰ ਕੀ ਹੈ,
ਇਸ ਸੰਸਾਰ ਤੋਂ ਕੂਚ ਕਰਨ ਤੋਂ ਬਾਅਦ ਜਿਹੜਾ ਜੀਵ ਦਾ ਅਗਲੇ ਸਫ਼ਰ ਦੇ ਬਾਰੇ ਸਤਿਗੁਰੂ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ, ਜਿਵੇਂ ਅੱਜ ਵੀ ਸ਼ਬਦ ਆਇਆ ਹੈ, ਮਹਾਰਾਜ ਜੀਆਂ ਨੇ ਤਾਂ ਸਪਸ਼ਟ ਰੂਪ ਵਿੱਚ ਕਿਹਾ ਹੈ। ਮਹਾਰਾਜ ਜੀਆਂ ਨੇ ਤਾਂ ਰਹਿਮਤ ਕੀਤੀ, ਕੱਪੜ ਰੂਪ ਸੁਹਾਵਨਾ, ਛੱਡ ਦੁਨੀਆ ਅੰਦਰ ਜਾਵਨਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ। ਮਹਾਰਾਜ ਜੀਆਂ ਨੇ ਤਾਂ ਸਪਸ਼ਟ ਰੂਪ ਦੇ ਅੰਦਰ ਬਚਨ ਅੰਕਿਤ ਕੀਤੇ ਹਨ ਸਤਿਗੁਰੂ ਮਹਾਰਾਜ ਜੀਆਂ ਨੇ ਬਾਣੀ ਵਿੱਚ। ਉਹ ਵੱਖਰੀ ਗੱਲ ਹੈ, ਕੋਈ ਇਸ ਗੱਲ ਨੂੰ ਕਿਸ ਪ੍ਰਕਾਰ ਦੇ ਨਾਲ ਮੰਨੇ ਜਾਂ ਕੋਈ ਨਾ ਮੰਨੇ। ਤੇ ਕਈ ਵਾਰ ਕਈ ਜਗਿਆਸੂ ਜਨ ਇਹ ਵੀ ਕਹਿ ਦਿੰਦੇ ਹਨ ਕਿ ਭਾਈ ਸਾਹਿਬ ਜੀ, ਜਿਵੇਂ ਆਪ ਜੀ ਕਥਾ ਦੇ ਅੰਦਰ ਜਾਂ ਸਰੋਤਾ ਜਨ ਨੂੰ ਡਰਾਉਂਦੇ ਹੋ, ਭਾਈ ਇਹ ਡਰਾਉਣਾ ਨਹੀਂ ਹੈ, ਕਿਸੇ ਨੂੰ ਅਗਾਊਂ ਸੁਚੇਤ ਕਰ ਦੇਣਾ, ਕਿਸੇ ਨੂੰ ਸੁਚੇਤ ਕਰ ਦੇਣਾ ਕਿ ਭਾਈ ਵੇਖ ਇਹਦਾ ਅੰਤਲਾ ਹਸ਼ਰ ਇਹ ਹੋਵੇਗਾ, ਤੂੰ ਅਜੇ ਵੀ ਆਪਣੇ ਥਾਂ ਸੁਚੇਤ ਹੋ ਜਾ। ਮੇਰੇ ਪਾਤਸ਼ਾਹ ਸਾਨੂੰ ਵਾਰ-ਵਾਰ ਜਿਵੇਂ ਬੱਚੇ ਨੂੰ ਸੁਚੇਤ ਕਰਦੇ ਹਨ, ਮਹਾਰਾਜ ਜੀਆਂ ਨੇ ਸ਼ਬਦ ਵਿੱਚ ਵੀ ਅੱਜ ਵੀ ਆਪਾਂ ਨੂੰ ਵੀ ਸੁਚੇਤ ਕੀਤਾ ਹੈ। ਮਹਾਰਾਜ ਜੀਆਂ ਦੇ ਜਿਵੇਂ ਪਾਵਨ ਪਵਿੱਤਰ ਬਚਨ ਆਉਂਦੇ ਹਨ ਨਾ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਹੀ ਸ਼ਲੋਕ ਵਾਰਾਂ ਤੇ ਵਧੇਕ ਦੇ ਸਿਰਲੇਖ ਹੇਠ, ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਹੁਣ ਇਹਨੂੰ ਕੋਈ ਇਉਂ ਸਮਝ ਲਏ, ਡਰਾਵਾ ਸਮਝ ਲਏ, ਭਾਵੇਂ ਕੋਈ ਸੁਚੇਤਤਾ ਸਮਝ ਲਵੇ। ਮਹਾਰਾਜ ਜੀਆਂ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਨੂੰ, ਜਿੱਥੇ ਸਤਿਗੁਰੂ ਮਹਾਰਾਜ ਜੀਆਂ ਨੇ ਪਾਵਨ ਬਾਣੀ ਅੰਦਰ ਅਨੇਕਾਂ ਪਾਵਨ ਪਵਿੱਤਰ ਥਾਵਾਂ ਤੇ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦਾ ਜ਼ਿਕਰ ਕਰਦੇ ਹਨ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅੱਜ ਜੋ ਪਾਵਨ ਪਵਿੱਤਰ ਸ਼ਬਦਾਂ ਵਿੱਚ ਰਹਿਮਤ ਕੀਤੀ ਹੈ, ਉਦਾਹਰਣ ਦਿੱਤੀ ਹੈ ਪੰਛੀਆਂ ਦੀ। ਉਦਾਹਰਣ ਦਿੱਤੀ ਕਿ ਜਿਵੇਂ ਉਹ ਇੱਕ ਥਾਂ ਤੇ ਇਕੱਠੇ ਹੋਏ, ਸਮਾਂ ਪਿਆ, ਆਪਣੀ ਵਾਰੀ ਉੱਡੇ, ਮਹਾਰਾਜ ਜੀ ਕਹਿੰਦੇ ਭਾਈ ਆਹ ਹੈ ਜਗਤ, ਆਹ ਹੈ ਸੰਸਾਰ, ਜਿਸ ਥਾਂ ਤੂੰ ਕਹਿਣਾ ਹੈ ਵੀ ਇਹ ਮੇਰਾ ਸਦੀਵੀ ਕਾਲ ਲਈ ਹੋਇਆ। ਮਹਾਰਾਜ ਕਹਿਣ ਲੱਗੇ ਸਦੀਵੀ ਕਾਲ ਲਈ ਤਾਂ ਕਿਸੇ ਦਾ ਵੀ ਨਹੀਂ ਹੋਇਆ, ਤੇਰੇ ਨਾਲੋਂ ਪਹਿਲਾਂ ਵੀ ਕਈ ਆਏ, ਤੇਰੇ ਨਾਲੋਂ ਬਾਅਦ ਵਿੱਚ ਵੀ ਕਈ ਆਉਣਗੇ। ਹਾਂ, ਜਿੰਨੀ ਕੁ ਤੇਰੀ ਆਰਬਲਾ ਹੈ, 60 ਸਾਲ ਦੀ ਹੈ, 70 ਸਾਲ ਦੀ, 50 ਵਰਿਆਂ ਦੀ, ਜਿੰਨੀ ਕੁ ਭਾਈ ਤੇਰੀ ਆਰਬਲਾ, ਤੂੰ ਇਹਨੂੰ ਧਿਆਨ ਦੇ ਨਾਲ ਭੋਗ ਕੇ ਆਪਣੇ ਸੰਸਾਰ ਤੋਂ ਜਾ, ਇਸ ਜਗਤ ਤੋਂ, ਤਾਂ ਜੋ ਤੈਨੂੰ ਬਾਅਦ ਦੇ ਅੰਦਰ ਵੀ ਤੈਨੂੰ ਸ਼ਾਬਾਸ਼ ਦੁਨੀਆ ਵੀ ਤੈਨੂੰ ਕਹਿ ਦਵੇ ਜਗਤ ਦੇ ਅੰਦਰ। ਸੋ ਆਓ ਸਾਧ ਸੰਗਤ ਜੀ, ਕਰੋ ਮਨ ਬਿਰਤੀਆਂ ਨੂੰ ਇਕਾਗਰ, ਬਖਸ਼ੋ ਅਸੀਸ ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਪਣ। ਮਹਾਰਾਜ ਜੀਆਂ ਦੀ ਜੋ ਪਾਵਨ ਪਵਿੱਤਰ ਬਾਣੀ ਹੈ ਨਾ, ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਹੈ ਹੀ ਦਰਪਣ। ਇਹ ਸ਼ੀਸ਼ਾ ਹੈ, ਇਹ ਮਨ ਆਰਸੀ ਕੋਈ ਗੁਰਮੁਖ ਦੇਖੈ। ਆਰਸੀ, ਸ਼ੀਸ਼ੇ ਨੂੰ ਆਰਸੀ ਵੀ ਕਹਿੰਦੇ ਹਨ। ਦਰਪਣ ਹੋ ਗਿਆ, ਆਰਸੀ ਹੋ ਗਈ, ਸ਼ੀਸ਼ਾ ਆਪਾਂ ਕਹਿ ਦਿੰਨੇ ਹਾਂ। ਕੋਈ ਇਹਦੇ ਅੰਦਰ ਆਪਣਾ ਮੁਖ ਵੇਖੇ, ਇਹ ਮਨ ਆਰਸੀ ਕੋਈ ਗੁਰਮੁਖ ਦੇਖੈ। ਕੋਈ ਗੁਰੂ ਦੇ ਰਾਹੀਂ ਵੇਖੇ ਤਾਂ ਸਹੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨਾਂ ਵਿੱਚ। ਤੇ ਸਤਿਗੁਰੂ ਮਹਾਰਾਜ ਫਿਰ ਸਪਸ਼ਟ ਸਮਝਾਉਂਦੇ ਨੇ, ਭਾਈ ਆ ਹੈ, ਇੱਥੇ ਕੋ ਤੇਰੇ ਚਿਹਰੇ ਦੇ ਉੱਪਰ ਕੋਈ ਦਾਗ ਹੈ, ਕੋਈ ਕਾਲਖ ਲੱਗੀ ਹੈ। ਤੇ ਜੇ ਕੋਈ ਕਹਿ ਦਵੇ ਬਈ ਨਹੀਂ, ਸ਼ੀਸ਼ੇ ਵਿੱਚ ਹੀ ਕੋਈ ਨੁਕਸ ਹੋਵੇਗਾ, ਵੀ ਮੇਰਾ ਚਿਹਰਾ ਤਾਂ ਸਾਫ਼ ਹੈ, ਭਾਵੇਂ ਜਿਤਨੇ ਮਰਜ਼ੀ ਬਦਲ ਲਵੇ ਦਰਪਣ, ਤੇ ਉਹਦੇ ਵਿੱਚ ਉੱਥੇ ਹੀ ਰਹੇਗਾ ਜਦੋਂ ਤੱਕ ਉਹ ਆਪਣੇ ਚਿਹਰੇ ਮੋਹਰੇ ਤੋਂ ਲੱਗਾ ਹੋਇਆ ਦਾਗ ਜਾਂ ਕੋਈ ਕਾਲਖ ਸਾਫ਼ ਨਹੀਂ ਕਰ ਲੈਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਪਾਵਨ ਪਵਿੱਤਰ ਸ਼ਬਦ ਦੇ ਰਾਹੀਂ ਕਰ ਰਹੇ ਹਨ। ਆਓ ਸਾਧ ਸੰਗਤ ਜੀ, ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਅੰਦਰ ਜੋ ਦੁਨੀਆ ਦੀ ਸਚਾਈ ਹੈ, ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਚਨ ਵਿੱਚ ਸ਼ਬਦ ਵਿੱਚ ਬਿਆਨ ਕੀਤੀ ਹੈ। ਬੜੇ ਪ੍ਰੇਮ ਦੇ ਨਾਲ ਆਪਾਂ ਸਰਵਣ ਕਰੀਏ। ਸੀਸ ਬਖਸ਼ੋ ਜੀ, ਕੋਈ ਪਿਰਸ ਨਾ ਵਾਂਝੀ ਨਾ ਰਹੇ। ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਮਾਰੋ ਮਹੱਲਾ ਪੰਜਵਾ। ਬਿਰਖੈ ਹੇਠ ਸਭ ਜੰਤ ਇਕੱਠੇ। ਰਾਗ ਮਾਰੂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਬਦ ਦੇ ਉਚਾਰਨ ਕਰਤਾ ਹਨ। ਬਿਰਖੈ ਹੇਠ ਸਭ ਜੰਤ ਇਕੱਠੇ। ਇਸ ਸੰਸਾਰ ਨੂੰ ਮਹਾਰਾਜ ਜੀਆਂ ਨੇ ਇੱਕ ਰੁੱਖ ਹੀ ਕਿਹਾ ਹੈ। ਜਿਵੇਂ ਬਾਬਾ ਕਬੀਰ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਬਚਨ ਆਉਂਦਾ ਹੈ ਪਾਵਨ ਬਾਣੀ ਵਿੱਚ, ਖੱਖਾ ਇਹ ਖੋੜ ਮਨ ਆਵਾ, ਖੋੜੇ ਛਾੜ ਨਾ ਦੈਂ ਦਿਸ ਧਾਵਾ, ਖਸਮੈ ਜਾਣ ਖਿਮਾ ਕਰ ਲਹੈ, ਤੋ ਹੋਏ ਨਖਿਓ ਅਖਾ ਪਦ ਲਹੈ। ਉਥੇ ਬਾਬਾ ਕਬੀਰ ਸਾਹਿਬ ਜੀਆਂ ਨੇ ਖੱਖਾ ਜੋ 52 ਅੱਖਰੀ ਬਾਬਾ ਕਬੀਰ ਸਾਹਿਬ ਜੀਆਂ ਦੀ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ, ਰਹਿ ਬਿਹੰਗਮ ਕਤੈ ਨਾ ਜਾਈ। ਉਥੇ ਫਿਰ ਜਦੋਂ ਖੱਖੇ ਪਦ ਤੇ ਆਏ, ਖੱਖਾ ਇਹ ਹੈ ਖੋੜ ਮਨ ਆਵਾ। ਆ ਜਿਹੜੇ ਕਈ ਪੰਛੀ ਹਨ, ਜਿਵੇਂ ਕਈ ਪੰਛੀਆਂ ਦਾ ਟਿਕਾਣਾ ਰੁੱਖ ਦੇ ਤਣੇ ਦੇ ਅੰਦਰ ਹੈ, ਆਪਣੀ ਚੁੰਝ ਦੇ ਨਾਲ ਉਹਨਾਂ ਨੇ ਤਣੇ ਨੂੰ ਕੱਟਿਆ, ਪੰਛੀ ਉਸ ਤਣੇ ਦੇ ਅੰਦਰ ਜਾ ਕੇ ਉਹਨਾਂ ਨੇ ਵਸੇਬਾ ਕਰ ਲਿਆ। ਬਾਬਾ ਕਬੀਰ ਸਾਹਿਬ ਜੀ ਮਨੁਏ ਨੂੰ ਸੰਬੋਧਨ ਹੋ ਕੇ ਲੱਗੇ ਕਹਿਣ, ਹੇ ਮਨ, ਜਦੋਂ ਵੀ ਮੈਂ ਸੰਗਤ ਵਿੱਚ ਆਵਾਂ ਤੂੰ ਇਸ ਸਰੀਰ ਰੂਪੀ ਖੋੜ ਨੂੰ ਛੱਡ ਕੇ ਨਾ ਭੱਜਿਆ ਕਰ ਬਾਹਰ ਨੂੰ। ਜਦੋਂ ਸੰਗਤ ਵਿੱਚ ਆਵਾਂ, ਜੇ ਤਨ ਦੇ ਨਾਲ ਮਨੁਏ ਦੀ ਵੀ ਸੰਗਤ ਹੋ ਜਾਏ ਤੇ ਸੋਨੇ ਤੇ ਸੁਹਾਗਾ ਹੋ ਜਾਏ। ਜੇ ਕੱਲਾ ਤਨ ਉਸ ਥਾਂ ਤੇ ਹੋਵੇ ਮਨੁਆਂ ਵਿੱਚੋਂ ਮਨਫੀ ਹੋ ਜਾਏ ਤੇ ਮਹਾਰਾਜ ਕਹਿੰਦੇ ਭਾਈ ਫਿਰ ਤੂੰ ਤਾਂ ਗੈਰ ਹਾਜ਼ਰ ਰਹਿ ਗਿਆ। ਬਾਬਾ ਜੀ ਸ਼ਬਦ ਕਹਿਣ ਲੱਗੇ, ਖੱਖਾ ਇਹ ਖੋੜ ਮਨ ਆਵਾ, ਹੈ ਮੇਰੇ ਮਨ ਤੂੰ ਆਪਣੇ ਅੰਦਰ ਖੋੜ ਦੇ ਅੰਦਰ ਆ। ਖੋੜ ਕਹਿੰਦੇ ਜਿੱਥੇ ਪੰਛੀ ਨੇ ਆਪਣਾ ਟਿਕਾਣਾ ਕਰਨ ਵਾਸਤੇ ਰੁੱਖ ਨੂੰ ਆਪਣੀ ਚੁੰਝ ਦੇ ਨਾਲ ਕੱਟਿਆ ਹੋਇਆ ਹੈ, ਖੋੜ ਦੇ ਅੰਦਰ ਰਹਿ ਰਿਹਾ ਹੈ। ਖੋੜੇ ਛਾੜ ਨਾ ਦੈਂ ਦਿਸ ਧਾਵਾ, ਇਸ ਖੋੜ ਨੂੰ ਛੱਡ ਕੇ ਤੂੰ ਹੋਰ ਪਾਸੇ ਨਾ ਭੱਜ। ਸਤਿਕਾਰਯੋਗ ਬਾਬਾ ਕਬੀਰ ਸਾਹਿਬ ਜੀਆਂ ਨੇ ਅਨੇਕਾਂ ਥਾਵਾਂ ਤੇ ਪੰਛੀਆਂ ਦੀ ਉਦਾਹਰਨ ਲਈ। ਰੇ ਮਨ ਤੇਰੋ ਕੋ ਨਹੀਂ, ਖਿੰਚ ਲੈ ਜਿਨ ਭਾਰ, ਬਿਰਖ ਬਸੇਰੋ ਪੰਖ ਕੋ ਤੈਸੋ, ਇਹ ਸੰਸਾਰ ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ ਮੂਏ ਕਿਆ ਰੋਈਐ, ਜੋ ਆਪਾਂ ਥਿਰ ਨਾ ਰਹਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਬਾਬਾ ਕਬੀਰ ਸਾਹਿਬ ਗੌੜੀ ਰਾਗ ਵਿੱਚ ਬਚਨ ਕਰ ਰਹੇ ਹਨ। ਕਹਿੰਦੇ ਭਾਈ ਜਿਸ ਪ੍ਰਕਾਰ ਦੇ ਨਾਲ ਪੰਛੀਆਂ ਦਾ ਵਾਸਾ ਹੈ ਨਾ ਜਗਤ ਤੇ, ਉਹ ਇੱਕ ਰਾਤ ਇਸ ਥਾਂ ਤੇ ਰਹੇ, ਦਿਨ ਚੜਿਆ ਦੂਸਰੀ ਥਾਂ ਤੇ ਉਡਾਰੀ ਮਾਰ ਗਏ। ਆ ਹੈ ਸੰਸਾਰ, ਇਸ ਤੋਂ ਵੱਧ ਹੋਰ ਕੁਛ ਨਹੀਂ। ਸਤਿਕਾਰਯੋਗ ਬਾਬਾ ਫਰੀਦ ਸਾਹਿਬ ਜੀ, ਬਾਬਾ ਫਰੀਦ ਸਾਹਿਬ ਜੀਆਂ ਨੇ ਤਾਂ ਸ਼ਲੋਕਾਂ ਵਿੱਚ ਰਹਿਮਤ ਵੀ ਕੀਤੀ। ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਹ ਸਿਉ ਚੱਲਣ ਕਾ ਕਰ ਸਾਜ। ਕਹਿੰਦੇ ਸਵੇਰ ਜਿਵੇਂ ਤੁਰਨ ਦਾ ਨਗਾਰਾ ਜਦੋਂ ਵੱਜਦਾ ਹੈ, ਕਹਿੰਦੇ ਤੂੰ ਤੁਰਨ ਦੀ ਤਿਆਰੀ ਕਰ। ਇਹ ਸੰਸਾਰ ਦੇ ਉੱਪਰ ਪੰਛੀ ਆਣ ਕੇ ਬਿਰਖਾ ਹੇਠ ਸਭ ਜੰਤ ਇਕੱਠੇ। ਆ ਸਾਰੇ ਜਿਤਨੇ ਵੀ ਆਪਾਂ ਸੰਸਾਰ ਦੇ ਉੱਪਰ ਵਸੇਬਾ ਕਰਨ ਵਾਲੇ, ਇਹਨੂੰ ਮਹਾਰਾਜ ਕਹਿਣ ਲੱਗੇ ਜਿਵੇਂ ਪੰਛੀ ਰੁੱਖ ਦੇ ਹੇਠਾਂ ਆਣ ਕੇ ਬੈਠੇ ਹਨ, ਇਸੇ ਪ੍ਰਕਾਰ ਦੇ ਨਾਲ ਆਪਾਂ ਸਾਰੇ ਬੈਠੇ ਹਾਂ। ਇੱਕ ਤਤੇ ਇੱਕ ਬੋਲਣ ਮਿੱਠੇ। ਹੁਣ ਗੁਰਦੇਵ ਮਹਾਰਾਜ ਜੀ ਅਗਲੀ ਪੰਕਤੀ ਵਿੱਚ ਰਹਿਮਤ ਕਰਦੇ ਹਨ। ਕਹਿੰਦੇ ਇੱਕ ਤੱਤੇ ਇੱਕ ਬੋਲਣ ਮਿੱਠੇ। ਹੁਣ ਕਈ ਪੰਛੀ ਤਾਂ ਉਹ ਨੇ ਜੇ ਆਣ ਕੇ ਬਨੇਰੇ ਉੱਪਰ ਵੀ ਬੈਠ ਕੇ ਕੁਰਲੀਆਂ ਕਰਨ ਤੇ ਕੋਲੋਂ ਉਡਾ ਦਿੱਤਾ, ਕਿੱਥੇ ਕੰਨ ਨੇ ਕਾਂ ਖਾਦੇ ਹਨ, ਇੱਕੋ ਦਮ ਆਪਾਂ ਆਵਾਜ਼ ਦੇ ਕਰਕੇ ਕਹਿੰਦੇ ਆ ਕਾਂ ਨੂੰ ਉਡਾਓ, ਕਿੱਥੇ ਆਣ ਕੇ ਬਨੇਰੇ ਦੇ ਉੱਪਰ ਕੁਰਲੀਆਂ ਪਿਆ ਕਰਦਾ ਹੈ। ਦੂਸਰਾ ਪੰਛੀ ਜਿਹਦੀ ਆਵਾਜ਼ ਸੁਣਨ ਦੇ ਵਾਸਤੇ ਸਵੇਰ ਵੇਲੇ ਕਿਸੇ ਬਾਗ ਦੇ ਵਿੱਚ ਗਏ ਤੇ ਕੋਲੋਂ ਕਹਿ ਦਿੱਤਾ, ਵੇਖੋ ਜੀ ਕੋਇਲ ਦੀ ਆਵਾਜ਼ ਕਿੰਨੀ ਮਨ ਨੂੰ ਸ਼ਾਂਤੀ ਦਿੰਦੀ ਹੈ, ਕਿੰਨੀ ਮਿੱਠੀ ਆਵਾਜ਼ ਹੈ ਕੋਇਲ ਦੀ। ਇੱਕ ਪੰਛੀ ਤਾਂ ਉਹ ਨੇ ਜੇ ਘਰ ਆਣ ਕੇ ਬੈਠ ਵੀ ਜਾਣ ਤੇ ਉਹਨਾਂ ਨੂੰ ਉਡਾ ਦਿੱਤਾ। ਇੱਕ ਪੰਛੀ ਉਹ ਨੇ ਜਿਨ੍ਹਾਂ ਦੀ ਆਵਾਜ਼ ਸੁਣਨ ਦੇ ਵਾਸਤੇ ਲੋਕ ਬਾਗਾਂ ਵਿੱਚ ਗਏ।
ਹੁਣ ਮਹਾਰਾਜ ਜੀ ਇੱਥੇ ਪੰਛੀਆਂ ਦੀ ਗੱਲ ਨਹੀਂ ਮਹਾਰਾਜ ਕਰ ਰਹੇ, ਸੱਚੇ ਪਾਤਸ਼ਾਹ ਗੱਲ ਤਾਂ ਜੀਆਂ ਦੀ ਕਰ ਰਹੇ ਹਨ। ਮਹਾਰਾਜ ਕਹਿੰਦੇ ਭਾਈ ਇੱਕ ਉਹ ਨੇ ਸੰਸਾਰ ਤੇ ਜਿਨ੍ਹਾਂ ਨੇ ਜਗਤ ਦੇ ਅੰਦਰ ਬੜਾ ਮਿੱਠਾ ਬੋਲਦੇ ਹਨ, ਇੱਕ ਭਾਈ ਜਗਤ ਦੇ ਅੰਦਰ ਉਹ ਹਨ ਜਦੋਂ ਵੀ ਉਹਨਾਂ ਨੂੰ ਬੁਲਾਓ ਬੜਾ ਹੀ ਕੌੜਾ ਬੋਲਦੇ ਹਨ। ਮਹਾਰਾਜ ਜੀਆਂ ਨੇ ਪਾਵਨ ਬਾਣੀ ਅੰਦਰ ਬੋਲਣ ਦੇ ਸੰਬੰਧ ਦੇ ਅੰਦਰ ਵੀ ਕਈ ਥਾਵਾਂ ਤੇ ਬਚਨ ਕੀਤੇ ਹਨ। ਕਈ ਵਾਰ ਆਪਾਂ ਜਦੋਂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਨੇ ਹਾਂ, ਮਹਾਰਾਜ ਜੀਆਂ ਦੇ ਪਾਵਨ ਪਵਿੱਤਰ, ਜਿਵੇਂ ਕੱਲ ਵੀ ਸ਼ਬਦ ਆਇਆ ਸੀ ਮੁੱਖ ਵਾਕ, ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਵਰਈਐ। ਕਿਵੇਂ ਬੋਲਿਆ ਜਾਏ ਜਗਤ ਦੇ ਅੰਦਰ। ਬੇਸ਼ੱਕ ਬੱਚਾ ਆਪਾਂ ਕਹਿੰਨੇ ਹਾਂ ਅਕਸਰ ਬੱਚਾ ਬੋਲਣਾ ਸਿੱਖਦਾ ਹੈ ਛੋਟੇ ਤੋਂ, ਜਦੋਂ ਮਾਤਾ ਪਿਤਾ ਨੂੰ ਬੁਲਾਉਣਾ ਸਿਖਾਉਂਦੇ ਨੇ, ਪਰ ਅਸਲ ਵਿੱਚ ਜੀਵ ਸਾਰੀ ਉਮਰ ਹੀ ਸਿੱਖਦਾ ਰਹਿੰਦਾ ਹੈ ਕਿ ਮੈਂ ਬੋਲਣਾ ਕਿਸ ਤਰ੍ਹਾਂ ਹੈ। ਆਮ ਤੌਰ ਤੇ ਇੰਨੀ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਇਹ ਜ਼ੁਬਾਨ ਹੈ ਨਾ, ਜ਼ੁਬਾਨ ਸਰੀਰ ਦਾ ਤਾਲਾ ਹੈ, ਤਾਲਾ ਖੁੱਲਦਿਆਂ ਸਾਰ ਪਤਾ ਲੱਗੇਗਾ ਕਿ ਇਸ ਦੁਕਾਨ ਦੇ ਅੰਦਰ ਕੋਲਾ ਪਿਆ ਹੈ ਕਿ ਸੋਨਾ ਪਿਆ ਹੈ। ਜਿਵੇਂ ਹੋਰ ਵੀ ਕਹਿੰਦੇ ਹਨ ਕਿ ਜਿਹੜੀ ਜ਼ੁਬਾਨ ਹੈ ਨਾ, ਚੁੱਪ ਮੂਰਖ ਦਾ ਬੜਾ ਸੋਹਣਾ ਗਹਿਣਾ ਹੁੰਦਾ ਹੈ। ਕੋਈ ਮੰਨ ਲਓ ਬੰਦਾ ਕੋਲੋਂ ਲੰਘ ਗਿਆ, ਆਪਣੇ ਨਾਲ ਨਾ ਬੋਲਿਆ, ਨਾ ਆਪਾਂ ਨੂੰ ਉਹਦੇ ਸੁਭਾਅ ਦਾ ਪਤਾ ਲੱਗੇਗਾ, ਨਾ ਉਹਦੇ ਗੁਣ ਦਾ ਪਤਾ ਲੱਗੇਗਾ। ਹਾਂ, ਜਦੋਂ ਕੋਈ ਬੋਲੇਗਾ, ਬੋਲਣ ਤੋਂ ਉਪਰੰਤ ਹੀ ਪਤਾ ਲੱਗੇਗਾ ਭਾਈ ਇਹ ਕਿੰਨੇ ਕੁ ਗੁਣਾਂ ਦਾ ਮਾਲਕ ਹੈ, ਕੋਈ ਵੀ ਹੋਵੇ। ਤੇ ਮਹਾਰਾਜ ਕਹਿਣ ਲੱਗੇ ਭਾਈ ਬਾਬਾ ਬੋਲਣਾ ਕਿਆ ਕਹੀਏ। ਸਾਹਿਬ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਓੰਕਾਰ ਬਾਣੀ ਵਿੱਚ ਬਚਨ ਹੈ। ਮਹਾਰਾਜ ਕਹਿਣ ਲੱਗੇ ਹੇ ਭਾਈ ਸੰਸਾਰ ਦੇ ਅੰਦਰ ਇਸ ਤਰ੍ਹਾਂ ਬੋਲ ਜਿਨ੍ਹਾਂ ਬੋਲਾਂ ਦੇ ਨਾਲ ਪ੍ਰੀਤ ਬਣੀ ਰਹੇ। ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰਹਰ ਛਾਡੀ ਟੋਲ। ਟੂਟ ਪ੍ਰੀਤ ਗਈ ਬੁਰ ਬੋਲ। ਮਹਾਰਾਜ ਕਹਿੰਦੇ ਬੁਰੇ ਬੋਲਾਂ ਦੇ ਨਾਲ ਜਿਹੜੀ ਪ੍ਰੀਤ ਹੈ ਟੁੱਟ ਜਾਂਦੀ ਹੈ। ਸਾਹਿਬ ਜੀਆਂ ਦੀ ਪਾਵਨ ਪਵਿੱਤਰ ਜੋ ਸ਼ਾਮ ਵੇਲੇ ਆਪਾਂ ਕਥਾ ਸਰਵਣ ਕਰਨੇ ਹਾਂ, ਚਰਚਾ ਸਿਰਲੇਖ ਦੇ ਹੇਠ ਵੱਖ-ਵੱਖ ਪ੍ਰਕਾਰ ਦੀ ਚਰਚਾ ਲਿਖੀ ਹੈ। ਕੋਈ ਚਰਚਾ ਕਰ ਰਿਹਾ ਹੈ, ਮੰਨ ਲਓ ਕਿਸੇ ਵੀ ਇੱਕ ਮੁੱਦੇ ਦੇ ਉੱਪਰ ਕੋਈ ਵਿਚਾਰ ਪਿਆ ਕਰ ਰਿਹਾ ਹੈ, ਇੱਕ ਤੱਤੇ ਇੱਕ ਬੋਲਣ ਮਿੱਠੇ। ਜਿਸ ਪ੍ਰਕਾਰ ਇੱਕ ਨੇ ਕਿਹਾ ਵੀ ਮੇਰੀ ਗੱਲ ਸੱਜੇ, ਇੱਕ ਨੇ ਕਿਹਾ ਦੂਸਰੇ ਪਾਸੇ ਮੇਰੀ ਗੱਲ ਖੱਬੇ, ਇਹਦੇ ਨਾਲ ਕੀ ਹੋਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਜੇ ਕੋਈ ਬਾਂਹ ਨੂੰ ਸੱਜੇ ਖਿੱਚੇ ਤੇ ਦੂਸਰਾ ਪਿਛਾ ਨੂੰ ਖਿੱਚੇ, ਬਾਂਹ ਟੁੱਟ ਜਾਏਗੀ। ਵਿਚਾਰ ਕਰ ਰਹੇ ਹਨ, ਵਿਚਾਰ ਇਸ ਪ੍ਰਕਾਰ ਦੇ ਨਾਲ ਕਰੋ ਜਿਸ ਪ੍ਰਕਾਰ ਦੇ ਨਾਲ ਮਧਾਣੀ ਮੰਥਨ ਕਰਦੇ ਹਨ। ਮਧਾਣੀ ਨੂੰ ਜਿਸ ਪ੍ਰਕਾਰ ਦੇ ਨਾਲ ਰਿੜਕਿਆ, ਕਦੇ ਪਹਿਲਾਂ ਸੱਜੇ ਪਾਸੇ ਫਿਰ ਖੱਬੇ ਪਾਸੇ, ਇੱਕ ਬਾਂਹ ਦੇ ਨਾਲ ਫਿਰ ਦੂਸਰੇ, ਇਸ ਪ੍ਰਕਾਰ ਦੇ ਨਾਲ ਮੰਥਨ ਕਰਨ ਦੇ ਨਾਲ ਵਿੱਚੋਂ ਮੱਖਣ ਰੂਪੀ ਤੱਤ ਪ੍ਰਾਪਤ ਹੋ ਜਾਏਗਾ। ਇਹ ਤੇ ਹੈ ਵਿਚਾਰ ਦਾ ਤਰੀਕਾ। ਮਹਾਰਾਜ ਕਹਿਣ ਲੱਗੇ ਭਾਈ ਜਗਤ ਦੇ ਅੰਦਰ, ਸੰਸਾਰ ਦੇ ਅੰਦਰ ਜੀਵ ਆਉਂਦੇ ਨੇ, ਇੱਕ ਤਾਂ ਬੜਾ ਮਿੱਠਾ ਬੋਲਦੇ ਹਨ, ਇੱਕ ਬੜੇ ਹੀ ਕੌੜੇ ਬੋਲਦੇ ਹਨ। ਇੱਕ ਤਾਂ ਜਦੋਂ ਵੀ ਕੋਈ ਸਾਹਮਣੇੋਂ ਮਿਲੇ ਉਹਦੇ ਬੋਲ ਸੁਣ ਕੇ ਕੋਈ ਅੰਦਰ ਨੂੰ ਠੰਡ ਪੈਂਦੀ ਹੈ, ਤੇ ਦੂਸਰਾ ਜੇ ਕੋਈ ਸਾਹਮਣੇੋਂ ਆਉਂਦਾ ਹੋਵੇ ਬੰਦਾ ਕਹਿੰਦਾ ਹੈ ਲਾਂਭੇ ਹੋ ਜਾਓ, ਕੀ ਪਤਾ ਇਹਨੇ ਬੋਲ ਕੀ ਦੇਣਾ ਹੈ ਅੱਗੋਂ। ਮਹਾਰਾਜ ਜੀਆਂ ਦੇ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਸ਼ਲੋਕ ਆਪਾਂ ਹੁਣੇ ਸਰਵਣ ਕੀਤੇ। ਆਸਾ ਦੀਵਾਰ ਦੀ ਪਾਵਨ ਸਮਾਪਤੀ ਤੇ ਮਹਾਰਾਜ ਜੀ ਲੱਗੇ ਕਹਿਣ ਆਪੇ ਭਾਂਡੇ ਸਾਜੀਨ ਆਪੇ ਪੂਰਨ ਦੇ, ਇਕਨੀ ਦੁੱਧ ਸਮਾਈਐ ਕਚੁੱਲੇ ਰਹਿਣ ਚੜੇ। कुम्हार वीर ने इको था तो मिट्टी गुन्नी, कुम्हार है एक जो माटी गूंदी, बहुविध बानी लाई, काहू मैं मोती मुक्ताहल काहू ब्याद लगाई। किसे थां ते हुण इको थां तो कुम्हार वीर ने घड़े बनाए, घड़ियां नूं वेचण वास्ते बाजार विच आया। बाजार विच गईयां होईयां औरतां ने हुण 2 घड़े खरीदे हन। एक घड़ा तां खरीदिया भी इनू चाटी दे रूप विच काम लवांगे, भी इहदे अंदर आपां दुध पावांगे।
ਹੁਣ ਇੱਕ ਘੜਾ ਬਾਜ਼ਾਰ ਵਿੱਚੋਂ ਖਰੀਦ ਲਿਆ ਵੀ ਇਹਨੂੰ ਵੀ ਲੈ ਕੇ ਚੱਲੋ, ਆਪਾਂ ਇਹ ਸਿਆਲੀ ਰੁੱਤ ਦੇ ਅੰਦਰ ਧਰਤੀ ਵਿੱਚ ਦੱਬ ਕੇ ਥੱਲੇ ਮੱਠੀ ਅੱਗ ਪਾ ਕੇ ਇਹਨੂੰ ਪਾਣੀ ਇਹਦੇ ਨਾਲ ਗਰਮ ਕਰਾਂਗੇ। ਹੁਣ ਮਿੱਟੀ ਗੁੰਨਣ ਵਾਲਾ ਵੀ ਇੱਕ, ਮਿੱਟੀ ਇੱਕੋ ਥਾਂ ਤੋਂ ਪੁੱਟ ਕੇ ਲਿਆਂਦੀ, ਗੁੰਨਣ ਵਾਲਾ ਵੀ ਇੱਕ, ਇੱਕੋ ਚੱਕ ਤੇ ਉਹਨੇ ਘੁਮਾ ਕੇ ਘੜੇ ਬਣਾਏ। ਹੁਣ ਇੱਕ ਘੜੇ ਦੇ ਅੰਦਰ ਦੁੱਧ ਰੂਪੀ ਅੰਮ੍ਰਿਤ ਪੈ ਗਿਆ। ਇੱਕ ਘੜਾ ਸਾਰੇ 6 ਮਹੀਨੇ ਅੱਗ ਦੇ ਉੱਪਰ ਤਪਦਾ ਰਿਹਾ। ਬਣਾਉਣ ਵਾਲਾ ਵੀ ਇੱਕ ਹੈ, ਇੱਕੋ ਚੱਕ ਤੋਂ ਬਣੇ, ਕਿਸੇ ਵਿੱਚ ਦੁੱਧ ਪੈ ਗਿਆ, ਕੋਈ 6 ਮਹੀਨੇ ਅੱਗ ਦੇ ਉੱਪਰ ਸੜਦਾ ਰਿਹਾ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਇਕਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਛੜੇ। ਇੱਕ ਨਿਹਾਲੀ ਪੈ ਸਵੰਨ, ਇੱਕ ਉੱਪਰ ਰਹਿਣ ਖੜੇ। ਹੁਣ ਬਣਾਉਣ ਵਾਲਾ ਮਾਲਕ ਵੀ ਇੱਕ ਹੈ। ਆਪਾਂ ਸਾਰੇ ਇਹੋ ਬਚਨ ਕਹਿੰਦੇ ਆ ਨਾ, ਬਣਾਉਣ ਵਾਲਾ ਮਾਲਕ ਇੱਕ। ਹੁਣ ਇੱਕ ਤਾਂ ਉਹ ਨੇ ਜਿਹੜੇ ਆਰਾਮ ਨਾਲ ਮਹਿਲਾਂ ਅੰਦਰ ਸੁੱਤੇ ਹਨ, ਤੇ ਇੱਕ ਉਹ ਹਨ ਜਿਹੜੇ ਉਹਨਾਂ ਦੇ ਉੱਪਰ ਖਲੋ ਕੇ ਦਰਬਾਨ ਦੀ ਡਿਊਟੀ, ਪਹਿਰੇਦਾਰ ਦੀ ਡਿਊਟੀ ਦੇ ਰਹੇ ਨੇ। ਉਹ ਅੰਦਰ ਸੁੱਤੇ ਹੋਏ ਹਨ, ਉਹ ਅੰਦਰ ਬਾਹਰ ਖਲੋ ਕੇ ਉਹਨਾਂ ਉੱਪਰ ਪਹਿਰੇਦਾਰ ਬਰਛੇ ਤੇ ਡਿਊਟੀ ਦੇ ਰਹੇ ਹਨ। ਮਹਾਰਾਜ ਕਹਿਣ ਲੱਗੇ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਸਾਹਿਬ ਜੀਆਂ ਦੇ ਇਹ ਪਾਵਨ ਪਵਿੱਤਰ ਬੋਲ ਕਿ ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇੱਕ ਉਹ ਹਨ ਭਾਈ ਜਿਹੜਾ ਬੜਾ ਮਿੱਠਾ ਬੋਲਦੇ ਹਨ, ਇੱਕ ਪੰਛੀ ਉਹ ਨੇ ਜੇ ਆਣ ਕੇ ਬੋਲਣ ਤਾਂ ਉਹਨਾਂ ਨੂੰ ਆਣ ਕੇ ਉਡਾ ਦਿੱਤਾ ਗਿਆ। ਜੀਵ ਸੰਸਾਰ ਦੇ ਉੱਪਰ ਕਈ ਬੜਾ ਮਿੱਠਾ ਬੋਲਦੇ ਹਨ, ਕਈ ਬੜਾ ਕੌੜਾ ਬੋਲਦੇ ਹਨ। ਆਸਤ ਅਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਸੂਰਜ ਉਦੈ ਹੋਇਆ, ਸੂਰਜ ਅਸਤ ਉਦੋਤ ਭਇਆ ਉੱਠ ਚੱਲੇ। ਸੂਰਜ ਚੜਿਆ, ਰਾਤ ਵੇਲੇ ਆਣ ਕੇ ਪੰਛੀ ਇਕੱਠੇ ਹੋਏ। ਸੂਰਜ ਚੜਿਆ, ਚੜਾ ਦੇ ਨਾਲ, ਦਿਨ ਦੇ ਚੜਾ ਦੇ ਨਾਲ ਪੌ ਫੁੱਟੀ। ਪੰਛੀ ਸਵੇਰ ਵੇਲੇ ਉੱਠੇ, ਉੱਠਦਿਆਂ ਸਾਰ ਉਹ ਆਪਣੇ ਆਪਣੇ ਥਾਵਾਂ ਟਿਕਾਣਿਆਂ ਨੂੰ ਉਡਾਰ ਬੰਨ ਕੇ ਤੁਰ ਪਏ। ਤੇ ਮਹਾਰਾਜ ਕਹਿਣ ਲੱਗੇ, ਭਾਈ ਇਹ ਹੈ ਜਗਤ, ਇਹ ਹੈ ਸੰਸਾਰ, ਸਦੀਵੀ ਕੋਈ ਨਹੀਂ। ਰੇ ਮਨ ਤੇਰੋ ਕੋ ਨਹੀਂ, ਖਿੰਚ ਲੈ ਜਿਨ ਪਾਰ। ਤਰਵਰ ਪੰਖੀ ਹੇਕੜੋ, ਫਾਹੀ ਵਾਲ 50। ਮਹਾਰਾਜੀਆਂ ਦੇ ਪਾਵਨ ਪਵਿੱਤਰ ਬਚਨ। ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਜਿਵੇਂ ਜਿਵੇਂ ਕਿਸੇ ਦੀ ਔਦ ਵਿਹਾਣੀ ਕਹੀਏ ਵੀ ਜਿਵੇਂ ਜਿਵੇਂ ਕਿਸੇ ਦੀ ਉਮਰ ਮੁੱਕੀ, ਉਹ ਆਪੋ ਆਪਣੀ ਉਮਰ ਮੁੱਕਦਿਆਂ ਸਾਰ ਉਹਨਾਂ ਪੰਛੀਆਂ ਦੀ ਨਿਆਈ ਉਡਾਰੀ ਮਾਰ ਕੇ ਆਪੋ ਆਪਣੀਆਂ ਥਾਵਾਂ ਨੂੰ ਉਹ ਚਲੇ ਗਏ। ਮੇਰੇ ਗੁਰਦੇਵ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਇਹ ਬੋਲ, ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਬਚਨ ਗੁਰਦੇਵ ਜੀਆਂ ਨੇ ਬਾਣੀ ਵਿੱਚ ਕਈ ਥਾਵਾਂ ਤੇ ਜ਼ਿਕਰ ਕੀਤਾ। ਭਾਵੇਂ ਸਤਿਕਾਰਯੋਗ ਭਗਤ ਸਾਹਿਬਾਨ ਜੀ ਹੋਣ, ਭਾਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੈ ਆਦਮੀ ਬੰਧੇ ਕਰ ਬਾਰਾ, ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ। ਮਹਾਰਾਜ ਕਹਿਣ ਲੱਗੇ, ਵਣਜਾਰਾ ਚੱਲਾ ਹੈ, ਉਠੋ ਭਾਈ ਸੁਚੇਤ ਹੋਵੋ, ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ। ਨੀਤ ਨੀਤ ਕਰ ਬਾਂਧੀਐ ਜੇ ਰਹਿਣਾ ਹੋਈ, ਪਿੰਡ ਪਵੈ ਜੀਓ ਚੱਲ ਸੀ ਜੇ ਜਾਣੈ ਕੋਈ, ਉਹੀ ਉਹੀ ਕਿਆ ਕਰੂ ਹੈ ਹੋਸੀ ਸੋਈ, ਤੁਮ ਰੋਵੋਗੇ ਉਸ ਨੂੰ ਤੁਮਕੋ ਕੌਣ ਰੋਈ, ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣੀ ਕਤ ਹੀ ਤੁਮ ਲੋਕ ਸੁਣਾਵੋ, ਜਿਸ ਤੇ ਸੁੱਤਾ ਨਾਨਕਾ ਜਗਾਵੈ ਸੋਈ। ਜੈਸੇ ਗੋਇਲ ਗੋਇਲੀ। ਮਹਾਰਾਜ ਜੀਆਂ ਨੇ ਨਾ ਅਨੇਕਾਂ ਉਦਾਹਰਨਾਂ ਦਿੱਤੀਆਂ, ਉਦਾਹਰਨਾਂ ਵੀ ਬੜੀਆਂ ਆਮ ਸੁਖੈਣ ਸਰਲ ਜੀਆਂ। ਗੋਇਲ ਗੋਇਲੀ ਕਹਿੰਦੇ ਨੇ ਜਿਵੇਂ ਪੁਰਾਣੇ ਸਮੇਂ, ਚਲੋ ਅੱਜ ਵੀ ਕਈ ਥਾਵਾਂ ਤੇ ਜੋ ਪਾਲੀ ਹਨ ਉਹਨਾਂ ਨੇ ਘਰੋਂ ਮੱਝਾਂ ਡੰਗਰ ਖੋਲਣੇ, ਤੇ ਜਿਹੜੀ ਜਿਹੜੀ ਥਾਂ ਤੇ ਹਰੀਆਂ ਚਰਾਂਦਾ ਹੋਣੀਆਂ ਉੱਥੇ ਪਸ਼ੂ ਲੈ ਕੇ ਜਾਣੇ। ਜਦੋਂ ਉੱਥੋਂ ਸੁੱਕ ਜਾਣਾ, ਘਾਹ ਮੁੱਕ ਜਾਣਾ, ਦਾਣਾ ਪਾਣੀ ਖਤਮ ਹੋਣਾ, ਤੇ ਦੂਸਰੇ ਪਾਸੇ ਫਿਰ ਹੋਰ ਥਾਂ ਤੇ ਚਲੇ ਜਾਣਾ। ਤੇ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਲੱਗੇ ਕਹਿਣ, ਵੇਖੋ ਜਿਹੜੇ ਪਾਲੀ ਸਨ
ਡੰਗਰ ਚਾਰਨ ਵਾਲੇ, ਮੱਝਾਂ ਪਸ਼ੂ ਚਾਰਨ ਵਾਲੇ, ਕੀ ਉਹਨਾਂ ਨੇ ਉਸ ਥਾਂ ਤੇ ਪੱਕਾ ਟਿਕਾਣਾ ਕੀਤਾ? ਮਹਾਰਾਜ ਕਹਿੰਦੇ ਨਹੀਂ ਨਾ, ਜਿਉਂ ਜੈਸੇ ਗੋਇਲ ਗੋਇਲੀ। ਕਹਿੰਦੇ ਜਿਵੇਂ ਉਹਨਾਂ ਨੇ ਪੱਕਾ ਟਿਕਾਣਾ ਨਹੀਂ ਕੀਤਾ, ਮਣਾ ਹੈ ਤਾਂ ਤੂੰ ਵੀ ਜਗਤ ਵਿੱਚ ਇਸੇ ਤਰ੍ਹਾਂ ਹੈ। ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਨੀਆਂ। ਜਿਵੇਂ ਜਿਵੇਂ ਆਰਬਲਾ ਮੁੱਕੀ, ਆਪੋ ਆਪਣੀ ਆਰਬਲਾ ਮੁੱਕਦਿਆਂ ਜੀਵ ਇਸੇ ਤਰ੍ਹਾਂ ਹੀ ਸੰਸਾਰ ਤੋਂ ਕੂਚ ਕਰ ਗਿਆ। ਜਿਸ ਪ੍ਰਕਾਰ ਦੇ ਨਾਲ ਪੰਛੀਆਂ ਦੀ ਉਡਾਰ ਸੀ, ਜਿਸ ਪ੍ਰਕਾਰ ਦੇ ਨਾਲ ਪੰਛੀ ਉਡਾਰੀ ਮਾਰ ਕੇ ਦੂਰ ਦਰਾਡੇ ਚਲੇ ਗਏ। ਆਪ ਕਰੇਦੜ ਸਰ ਪਰ ਮੁਠੇ। ਹੁਣ ਗੁਰਦੇਵ ਮਹਾਰਾਜ ਜੀਆਂ ਨੇ ਸਾਡੀ ਹਾਲਤ ਬਿਆਨ ਕੀਤੀ ਹੈ। ਜੀਵ ਜਗਤ ਦੇ ਅੰਦਰ ਆਣ ਕੇ ਕਿਸ ਪ੍ਰਕਾਰ ਦੇ ਨਾਲ ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਕਿਸ ਪ੍ਰਕਾਰ ਪਿਆਰੀਆਂ ਹੁੰਦੀਆਂ ਹਨ, ਜਦੋਂ ਦੇਣ ਵਾਲਾ ਕਿਸ ਪ੍ਰਕਾਰ ਦੇ ਨਾਲ ਜੀਵ ਦੇਣ ਵਾਲੇ ਨੂੰ ਕਿਸ ਪ੍ਰਕਾਰ ਦੇ ਨਾਲ ਵਸਾਰ ਦਿੰਦਾ ਹੈ। ਆਮ ਤੌਰ ਤੇ ਅਕਸਰ ਹੀ ਇਹ ਉਦਾਹਰਣ ਦਿੱਤੀ ਜਾਂਦੀ ਹੈ ਕਿ ਬੰਦਾ ਜਿਸ ਪੌੜੀ ਦੇ ਰਾਹੀਂ ਚੁਬਾਰੇ ਵਿੱਚ ਉੱਚੀ ਥਾਂ ਤੇ ਚੜ੍ਹਦਾ ਹੈ, ਸਭ ਤੋਂ ਪਹਿਲਾਂ ਕੰਡ ਵੀ ਉਸੇ ਪੌੜੀ ਨੂੰ ਕਰਦਾ ਹੈ। ਜਿਸ ਪੌੜੀ ਦੇ ਰਾਹੀਂ ਬੰਦਾ ਉੱਪਰ ਚੜਿਆ ਚੁਬਾਰੇ ਤੇ ਜਾਂ ਉੱਪਰ ਛੱਤ ਤੇ ਚੜਿਆ, ਪਹਿਲਾਂ ਉਸੇ ਪੌੜੀ ਨੂੰ ਹੀ ਬੰਦਾ ਕੰਡ ਕਰਦਾ ਹੈ। ਪਾਪ ਕਰੇਦੜ ਸਰਪਰ ਮੁੱਠੇ। ਸੰਸਾਰ ਦੇ ਅੰਦਰ ਜੀਵ ਦੀ ਮਹਾਰਾਜ ਜੀਆਂ ਨੇ ਹਾਲਤ ਬਿਆਨ ਕੀਤੀ ਕਿ ਕਿਸ ਪ੍ਰਕਾਰ ਦੇ ਨਾਲ ਇਹ ਪਾਪਾਂ ਵਿੱਚ ਗਰਸਿਆ ਹੋਇਆ ਹੈ। ਸਰਪਰ ਜ਼ਰੂਰ ਹੀ ਮੁੱਠੇ ਇਹ ਜੀਵ ਠੱਗੇ ਜਾਣਗੇ। ਅਜਰਾਇਲ ਫੜੇ ਫੜ ਕੁੱਠੇ। ਪਰ ਅਗਲੀ ਗੱਲ ਨਹੀਂ ਜਾਣਦਾ ਮਹਾਰਾਜ ਜੀਆਂ ਨੇ ਅਜ਼ਰਾਇਲ ਫਰਿਸ਼ਤੇ ਦੀ ਗੱਲ ਕੀਤੀ। ਆਪਣਾ ਇਸਲਾਮ ਮਤ ਦੇ ਅੰਦਰ ਦੋ ਫਰਿਸ਼ਤਿਆਂ ਦੀ ਗੱਲ ਆਈ ਹੈ, ਇੱਕ ਜ਼ਬਰਾਇਲ ਹੈ, ਦੂਸਰਾ ਅਜ਼ਰਾਇਲ ਹੈ। ਜ਼ਬਰਾਇਲ ਫਰਿਸ਼ਤਾ ਜ਼ਿੰਦਗੀ ਦੇਣ ਵਾਲਾ ਹੈ, ਅਜ਼ਰਾਇਲ ਮੌਤ ਕੱਢਣ ਵਾਲਾ ਹੈ। ਜੀਵ ਦੇ ਵਿੱਚੋਂ ਜਿਵੇਂ ਬਾਬਾ ਫਰੀਦ ਸਾਹਿਬ ਜੀਆਂ ਨੇ ਪਾਵਨ ਪਵਿੱਤਰ ਸ਼ਲੋਕਾਂ ਦੇ ਅੰਦਰ ਜ਼ਿਕਰ ਕੀਤਾ ਹੈ। ਪਾਵਨ ਪਵਿੱਤਰ ਬਚਨਾਂ ਵਿੱਚ ਬਾਬਾ ਫਰੀਦ ਸਾਹਿਬ ਜੀ ਜ਼ਿਕਰ ਕਰਦੇ ਹਨ, ਅਜ਼ਰਾਇਲ ਫੜੇ ਫੜ ਕੁੱਠੇ ਕੇ ਅਜ਼ਰਾਇਲ ਫਰਿਸ਼ਤਾ ਇਹਨੂੰ ਜ਼ਰੂਰ ਹੀ ਇਹਨੂੰ ਮਾਰ ਪੈਂਦੀ ਹੈ। ਦੋਜਕ ਪਾਏ ਸਿਰਜਣਹਾਰ, ਲੇਖਾ ਮੰਗੈ ਬਾਣੀਆਂ। ਦੋਜਕ ਕਹਿੰਦੇ ਨੇ ਨਰਕ ਦੇ ਅੰਦਰ, ਦੋਜਕ ਪਾਏ ਸਿਰਜਣਹਾਰ ਹੈ, ਸਿਰਜਣਹਾਰੇ ਨੇ ਇਹਨੂੰ ਨਰਕ ਦੀ ਸਜ਼ਾ ਦਿੱਤੀ। ਤੇ ਲੇਖਾ ਮੰਗੈ ਬਾਣੀਆਂ। ਬਾਣੀਆਂ ਤੋਂ ਭਾਵ ਇੱਥੇ ਜ਼ਿਕਰ ਹੈ ਧਰਮ ਰਾਜ ਦਾ। ਕਹਿੰਦੇ ਫਿਰ ਜੀਵ ਦੇ ਪਾਸੋਂ ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਚੱਲ ਦਰ ਹਾਲ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ। ਕਰੋ ਅਰਦਾਸ ਗਾਵ ਕਿਛ ਬਾਕੀ, ਲਿਹੋ ਨਬੇਰ ਆਜ ਕੀ ਰਾਤੀ। ਲੇਖਾ ਮੰਗੈ ਬਾਣੀਆਂ। ਕਹਿੰਦੇ ਫਿਰ ਇਹਦੇ ਕੋਲੋਂ ਇਹਦੇ ਜੀਵਨ ਦਾ ਹਿਸਾਬ ਕਿਤਾਬ ਲੇਖਾ ਪੁੱਛਿਆ ਗਿਆ। ਸੰਗ ਨਾ ਕੋਈ ਭਈਆ ਬੇਬਾ। ਹੁਣ ਮਹਾਰਾਜ ਜੀ ਲੱਗੇ ਕਹਿਣ, ਹੈ ਭਾਈ ਇਸ ਜਗਤ ਦੇ ਉੱਪਰ ਜਿਨ੍ਹਾਂ ਵਾਸਤੇ ਤੂੰ ਪਾਪ ਕਮਾ ਰਿਹਾ ਹੈ, ਉਹਨਾਂ ਵਿੱਚੋਂ ਤਾਂ ਸਦੀਵੀ ਤੇਰੇ ਨਾਲ ਕੋਈ ਵੀ ਨਹੀਂ ਹੈ। ਸੰਗ ਨਾ ਕੋਈ ਭਈਆ। ਭਈਆ ਭਰਾ ਨੂੰ, ਬੇਬਾ ਕਹਿੰਦੇ ਨੇ ਭੈਣ ਨੂੰ। ਅੱਜ ਵੀ ਆਪਣੇ ਬਾਂਗਰ ਦੇ ਇਲਾਕੇ ਵਿੱਚ ਭੈਣ ਨੂੰ ਬੇਬੇ ਹੀ ਕਹਿੰਦੇ ਹਨ, ਵੱਡੀ ਭੈਣ ਨੂੰ ਬੇਬੇ ਸ਼ਬਦ ਦੇ ਨਾਲ ਹੀ ਸੰਬੋਧਨ ਕਰਦੇ ਹਨ। ਮਹਾਰਾਜ ਲੱਗੇ ਕਹਿਣ, ਹੈ ਭਾਈ ਸੰਗ ਨਾ ਕੋਈ ਭਈਆ ਬੇਬਾ, ਜਿਨ੍ਹਾਂ ਵਾਸਤੇ ਤੂੰ ਇਸ ਜਗਤ ਦੇ ਅੰਦਰ ਖਚਿਆ ਹੋਇਆ ਹੈ, ਜਿਨ੍ਹਾਂ ਵਾਸਤੇ ਤੂੰ ਸੰਸਾਰ ਦੇ ਅੰਦਰ ਇਹਨਾਂ ਧੰਦਿਆਂ ਵਿੱਚ ਬੁਰੀ ਤਰ੍ਹਾਂ ਪਲੀਤ ਹੈ, ਪਰ ਉਹਨਾਂ ਵਿੱਚੋਂ ਤੇਰੇ ਨਾਲ ਤਾਂ ਕੋਈ ਨਹੀਂ ਹੈ। ਜਿੱਥੇ ਤੇਰਾ ਭਾਵ ਹਿਸਾਬ ਕਿਤਾਬ ਹੋਇਆ, ਉੱਥੇ ਤਾਂ ਤੇਰੇ ਕੋਲੋਂ ਹੀ ਇੰਨੀ ਗੱਲ ਪੁੱਛੀ ਗਈ, ਸੰਗ ਨਾ ਕੋਈ ਭਈਆ ਬੇਬਾ। ਜਿਵੇਂ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਮਾਰੂ ਰਾਗ ਦੇ ਅੰਦਰ ਹੀ ਬਚਨ ਕੀਤਾ, ਨਾ ਭੈਣਾ ਭਰਜਾਈਆਂ। ਸਤਿਗੁਰੂ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਚਨਾਂ ਵਿੱਚ
ਮਹਾਰਾਜ ਜੀਆਂ ਨੇ ਸਤ ਸਾਹਿਬ ਜੀਓ ਕੇ ਪਾਵਨ ਪਵਿੱਤਰ ਸ਼ਬਦਾਂ ਵਿੱਚ ਇੰਨਾ ਜ਼ਿਕਰ ਕੀਤਾ ਹੈ ਭਾਈ, ਉਥੇ ਤਾਂ ਤੇਰੇ ਕੋਲੋਂ ਆਪਣਾ ਨਿਜ ਦਾ ਹਿਸਾਬ ਪੁੱਛਿਆ ਗਿਆ। ਸੰਗ ਨਾ ਕੋਈ ਭਈਆ ਬੇਬਾ, ਤੂੰ ਬਹੁਤਾਤ ਦੇ ਅੰਦਰ ਕਰਮ ਕਮਾ ਕਮਾ ਕੇ, ਪਾਪ ਕਮਾ ਕਮਾ ਕੇ ਧਨ ਜੋੜਦਾ ਹੈ, ਤੇ ਜਦੋਂ ਕਿ ਜ਼ਿਕਰ ਲੇਖਾ ਤਾਂ ਤੇਰੇ ਕੋਲੋਂ ਨਿਜ ਦਾ ਹੈ, ਆਪਣੇ ਤੇਰੇ ਕੋਲੋਂ ਪੁੱਛਿਆ ਗਿਆ। ਮਾਲ ਜੋਬਨ ਧਨ ਛੋੜ ਵੰਜੇਸਾ, ਜਿੰਨਾ ਵੀ ਇਹਦੇ ਵਿੱਚੋਂ ਤੂੰ ਇਕੱਤਰ ਕੀਤਾ ਹੋਇਆ ਹੈ, ਜੋ ਵੀ ਤੇਰੇ ਕੋਲ ਹੈ, ਇਹਨੂੰ ਤੂੰ ਛੱਡ ਕੇ ਇਸ ਜਹਾਨ ਤੋਂ ਤੂੰ ਤੁਰੇਂਗਾ। ਕੋਈ ਲੈ ਕੇ ਤੁਰਿਆ ਇਹਦੇ ਵਿੱਚੋਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕਾਰੂ ਬਾਦਸ਼ਾਹ ਨੂੰ ਜਿਸ ਪ੍ਰਕਾਰ ਨਸੀਹਤਨਾਮਾ ਅੰਦਰ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਸਮਝਾਇਆ, ਮਹਾਰਾਜ ਲੱਗੇ ਕਹਿਣ ਬਈ ਦੱਸ ਕੁਛ ਲੈ ਕੇ ਤੁਰੇਂਗਾ। ਕੱਲੇ ਗੱਲ ਉਸ ਕਾਰੂ ਬਾਦਸ਼ਾਹ ਦੀ ਨਹੀਂ ਹੈ, ਗੱਲ ਉਸ ਪਾਵਨ ਪਵਿੱਤਰ ਬਚਨ ਨੂੰ ਕੋਈ ਵੀ ਜੀਵਨ ਦੇ ਅੰਦਰ ਸੁਣੇ, ਸੁਣ ਕਰਕੇ ਮੰਨੇ ਤੇ ਮੰਨ ਕੇ ਆਪਣੇ ਜੀਵਨ ਦੇ ਅੰਦਰ ਢਾਲ ਲਏ। ਸਾਹਿਬ ਜੀ ਕੀ ਪਾਵਨ ਪਵਿੱਤਰ ਬਾਣੀ ਅੰਦਰ ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਆਇਆ ਕਿ ਜੀਵ ਤੂੰ ਮਿਹਨਤ ਕਰਕੇ ਪੈਸੇ ਨਾ ਕਮਾ। ਧਿਆਨ ਦਿਓ ਇਸ ਨੁਕਤੇ ਤੇ, ਕਿਤੇ ਵੀ ਜ਼ਿਕਰ ਨਹੀਂ ਆਇਆ। ਹਾਂ, ਇੰਨਾ ਜ਼ਰੂਰ ਮਹਾਰਾਜ ਜੀਆਂ ਦੇ ਸ਼ਬਦ ਆਏ ਹਨ, ਮੋਤੀ ਤਾਂ ਮੰਦਰ ਊਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੈ ਚਾਓ, ਮਤ ਦੇਖ ਭੂਲਾ ਵੀਸਰੈ, ਤੇਰਾ ਚਿਤ ਨਾ ਆਵੈ ਨਾਉ। ਮਹਾਰਾਜ ਜੀ ਲੱਗੇ ਕਹਿਣ, ਹੈ ਸਾਹਿਬ ਜੀ ਪਰਿਪੂਰਨ ਪਰਮਾਤਮਾ, ਜੇ ਰਹਿਮਤ ਕੀਤੀ, ਜੇ ਤੂੰ ਮੈਨੂੰ ਦਾਤ ਦਿੱਤੀ, ਦਾਤ ਦੇਣ ਤੋਂ ਬਾਅਦ ਇੰਨੀ ਕਿਰਪਾ ਹੋਰ ਕਰੀ, ਮੈਂ ਤੇਰੇ ਨਾਮ ਨੂੰ ਨਾ ਵਸਾਰਾਂ, ਮੈਂ ਤੇਰੇ ਸਿਮਰਨ ਨੂੰ ਨਾ ਭੁੱਲ ਜਾਵਾਂ, ਮੈਂ ਤੇਰੇ ਅਸਥਾਨਾਂ ਦੀ ਸੇਵਾ ਨੂੰ ਨਾ ਭੁੱਲ ਜਾਵਾਂ, ਇੰਨੀ ਕੁ ਬਖਸ਼ਿਸ਼ ਆਪ ਜੀ ਹੋਰ ਕਰਿਓ। ਮਾਲ ਜੋਬਨ ਧਨ ਛੋੜ ਵੰਜੇਸਾ, ਕਿ ਇਸ ਸੰਸਾਰ ਤੋਂ ਹੈ ਭਾਈ, ਜਦੋਂ ਤੇਰੀ ਆਰਬਲਾ ਉਮਰ ਔਦ ਬਤੀਤ ਹੋ ਗਈ, ਜਿੰਨਾ ਵੀ ਕੁਝ ਤੂੰ ਆਪਣੇ ਜੀਵਨ ਵਿੱਚ ਇਕੱਤਰ ਕੀਤਾ ਹੈ ਭਾਈ, ਉਹਨੂੰ ਤੂੰ ਛੱਡ ਕੇ ਤੁਰੇਂਗਾ ਜਗਤ ਤੋਂ। ਗੁਰਦੇਵ ਜੀਆਂ ਦੀ ਪਾਵਨ ਪਵਿੱਤਰ ਬਾਣੀ ਵਿੱਚ ਸਤਿਕਾਰਯੋਗ ਭਗਤ ਸਾਹਿਬਾਨ ਜੀ ਬਚਨ ਕਰਦੇ ਹਨ, ਜਿਉ ਮਧੂਮਾਖੀ ਤਿਉ ਸਠੋਰ ਰਸ, ਜੋਰ ਜੋਰ ਤਨ ਕੀਆ। ਕਹਿੰਦੇ ਮਧੂ ਮੱਖੀਆਂ ਨੇ ਸ਼ਹਿਦ ਇਕੱਠਾ ਕੀਤਾ, ਕਿੰਨੀ ਉਡਾਰੀ ਮਾਰੀ, ਕਦੇ ਕਿਸੇ ਫੁੱਲ ਤੇ ਬੈਠੀਆਂ, ਕਦੇ ਕਿਸੇ ਫੁੱਲ ਤੇ ਬੈਠੀਆਂ। ਇੰਨੀ ਇਸੇ ਗੱਲ ਦਾ ਮਨ ਵਿੱਚ ਸੋਚਦਿਆਂ ਵੀ ਸਮਾਂ ਆਏਗਾ ਅਸੀਂ ਬੈਠ ਕੇ ਸ਼ਹਿਦ ਖਾਵਾਂਗੀਆਂ। ਕਹਿੰਦੇ ਉਹਨਾਂ ਨੇ ਇਕੱਤਰ ਕੀਤਾ, ਸ਼ਹਿਦ ਚੋਣ ਵਾਲਾ ਆਇਆ, ਉਹਨੇ ਥੋੜਾ ਜਿਹਾ ਧੂਆਂ ਕੀਤਾ, ਖੱਬੇ ਹੱਥ ਦੇ ਨਾਲ ਸਾਰਿਆਂ ਨੂੰ ਕਰਕੇ ਪਾਸੇ ਚੋ ਕੇ ਉਹਦਾ ਘੜਾ ਭਰ ਕੇ ਸ਼ਹਿਦ ਦਾ, ਕਹਿੰਦੇ ਉਹ ਤੁਰ ਪਿਆ। ਕਹਿੰਦੇ ਦੱਸੋ ਭਾਈ ਇਕੱਠਾ ਕਿੰਨੇ ਕੀਤਾ ਸੀ? ਇਕੱਠਾ ਤਾਂ ਹੋਰ ਨੇ ਕੀਤਾ। ਕਹਿੰਦੇ ਬੰਦਿਆ, ਮਹਾਰਾਜ ਜੀ ਲੱਗੇ ਕਹਿਣ, ਬਣਦਾ ਇਸੇ ਤਰ੍ਹਾਂ ਹੈ ਜਗਤ ਵਿੱਚ। ਜੀਵ ਕਹਿੰਦਾ ਹੈ ਸਮਾਂ ਆਏਗਾ ਭੋਗਾਂਗਾ, ਸਮਾਂ ਆਏਗਾ ਇਸ ਪ੍ਰਕਾਰ ਨਾਲ ਹੋਵੇਗਾ, ਤੇ ਮਹਾਰਾਜ ਕਹਿੰਦੇ ਭਾਈ ਉਹ ਸਮਾਂ ਹੀ ਨਹੀਂ ਆਉਂਦਾ। ਮਾਲ ਜੋਬਨ ਧਨ ਛੋੜ ਵੰਜੇਸਾ, ਜਿਉ ਮਧੂਮਾਖੀ ਤਿਉ ਸਠੋਰ ਰਸ, ਜੋਰ ਜੋਰ ਤਨ ਕੀਆ। ਹੇ ਭਾਈ ਇਸੇ ਤਰ੍ਹਾਂ ਹੀ ਵਾਪਰਦਾ ਹੈ, ਜਦੋਂ ਸਮਾਂ ਆਇਆ ਇਹ ਛੱਡ ਕਰਕੇ ਤੁਰਨਾ ਹੈ। ਕਾਰਨ ਕਰੇ ਮਨਾ ਜਾਤੋ ਕਰਤਾ, ਤਿਲ ਪੀੜੇ ਜਿਉ ਕਹਾਣੀਆਂ। ਕਹਿਣ ਲੱਗੇ ਭਾਈ, ਜਿਸ ਸਾਹਿਬ ਜੀਆਂ ਨੇ ਉਸ ਕਰਨ ਕਰੀਮ ਨੂੰ, ਪਰਿਪੂਰਨ ਪਰਮਾਤਮਾ ਨੂੰ ਨਾ ਜਾਤੋ ਕਰਤਾ, ਉਸ ਕੀ ਕਰਨ ਵਾਲੇ ਨੂੰ ਤੂੰ ਜਾਣਿਆ ਨਹੀਂ, ਭਾਵ ਉਹਨੂੰ ਚੇਤੇ ਨਹੀਂ ਕੀਤਾ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਵਾਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ, ਏਕੋ ਨਾਮ ਧਿਆਵੋ ਆਪਣੀ, ਪਤ ਸੇਤੀ ਕਰ ਜਾਵੋ। ਕਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜਾ ਜਿਉ ਕਹਾਣੀਆਂ। ਜਿਸ ਪ੍ਰਕਾਰ ਤਿਲਾਂ ਨੂੰ ਪੀੜਿਆ ਗਿਆ, ਹੇ ਭਾਈ ਉਸੇ ਤਰ੍ਹਾਂ ਹੀ ਤੇਰੀ ਜਿੰਦ ਦੇ ਨਾਲ ਵੀ ਇਹੋ ਵਾਪਰਿਆ, ਤੇਰੇ ਨਾਲ ਵੀ ਇਹੋ ਹੀ ਵਾਪਰਿਆ। ਉਸ ਖੁਸ ਲੈਂਦਾ ਵਸਤ ਪਰਾਏ, ਹੇ ਭਾਈ ਖੁਸ ਖੁਸ ਖੋ ਖੋ ਕੇ, ਪਰਾਈ ਵਸਤੂ ਨੂੰ ਖੋ ਖੋ ਕਰਕੇ ਇੱਕ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ।
ਖੁਸ ਖੁਸ ਲੈਂਦਾ, ਬੜਾ ਇਹ ਪ੍ਰਸੰਨ ਵੀ ਹੁੰਦਾ ਹੈ ਉਸ ਵਸਤੂ ਨੂੰ ਖੋਹ ਕਰਕੇ। ਖੋ ਕੇ ਪਰਾਈ ਵਸਤੂ ਨੂੰ ਆਪਣੇ ਹੀ ਪਾਲੇ ਵਿੱਚ ਆਪਣੇ ਪੱਲੇ ਜੋੜਨਾ ਚਾਹੁੰਦਾ ਹੈ। ਵੇਖੈ ਸੁਣੇ ਤੇਰਾ ਨਾਲ ਖੁਦਾਏ। ਉਹ ਪਰਿਪੂਰਨ ਪਰਮਾਤਮਾ ਤਾਂ ਹਰ ਵਕਤ ਤੇਰੇ ਨਾਲ ਹੀ ਤਾਂ ਹੈ। ਵੇਖੈ ਵੇਖਦਾ ਹੈ, ਸੁਣੈ ਸੁਣਦਾ ਹੈ ਤੇਰੇ ਨਾਲ। ਤੇਰਾ ਨਾਲ ਖੁਦਾਈ, ਖੁਦਾਈ ਤੋਂ ਭਾਵ ਉਹ ਪਰਿਪੂਰਨ ਪਰਮਾਤਮਾ, ਉਹ ਤੇਰੇ ਨਾਲ ਜੋ ਤੇਰਾ ਰੋਜ਼ਾਨਾ ਦਾ ਜੋ ਹਿਸਾਬ ਕਿਤਾਬ ਤੇਰੇ ਸੰਗ ਹੋ ਕਰਕੇ ਲਿਖ ਰਹੇ ਹਨ। ਖੁਸ ਖੁਸ ਲੈਂਦਾ ਵਸਤ ਪਰਾਈ, ਵੇਖੈ ਸੁਣੈ ਤੇਰਾ ਨਾਲ ਖੁਦਾਈ। ਉਹ ਪਰਿਪੂਰਨ ਪਰਮਾਤਮਾ ਜੋ ਹਰ ਵਕਤ ਤੇਰੇ ਸੰਗ ਹੈ, ਉਹ ਤੇਰਾ ਸਾਰਾ ਜੀਵਨ ਦਾ ਹਿਸਾਬ ਕਿਤਾਬ ਲਿਖ ਰਹੇ ਹਨ। ਦੁਨੀਆ ਲੱਭ ਪਿਆ ਖਾਤ ਅੰਦਰ, ਅਗਲੀ ਗੱਲ ਨਾ ਜਾਣੀਆਂ। ਜੀਵ ਅਗਲੇ ਵਾਪਰਨ ਵਾਲੀ ਗੱਲ ਨੂੰ ਨਹੀਂ ਜਾਣਦਾ, ਅਗਲੀ ਗੱਲ ਨਾ ਜਾਣੀਆਂ। ਦੁਨੀਆ ਲੱਭ ਪਾਇਆ ਖਾਤ ਅੰਦਰ, ਇਹ ਲਾਲਚ ਦੇ ਡੂੰਘੇ ਟੋਏ ਦੇ ਅੰਦਰ ਪਈ ਦੁਨੀਆ ਡਿੱਗ ਰਹੀ ਹੈ। ਅਗਲੀ ਗੱਲ ਨਾ ਜਾਣੀਆਂ, ਅੱਗੇ ਕੀ ਵਾਪਰਨਾ ਹੈ। ਜੀਵ ਇਹਨੂੰ ਆਪਣੇ ਜੀਵਨ ਵਿੱਚੋਂ ਨਿਰਮੂਲ ਹੀ ਉਕਾ ਹੀ ਵਸਾਰੀ ਬੈਠਾ ਹੈ। ਜਮ ਜਮ ਮਰੈ ਫਿਰ ਜੰਮੈ। ਹੁਣ ਮਹਾਰਾਜ ਜੀ ਲੱਗੇ ਕਹਿਣ, ਕਹਿੰਦੇ ਭਾਈ ਫਿਰ ਜਿਹੜਾ ਇਹਦੇ ਜੀਵਨ ਦਾ ਗੇੜਾ ਹੈ, ਇਹ ਫਿਰ ਹੁਣ ਗੇੜਾ ਵੱਧਦਾ ਹੈ। ਜਮ ਜਮ ਮਰੈ, ਜੰਮਦਾ ਹੈ ਮਰਦਾ ਹੈ, ਮਰਦਾ ਜੰਮਦਾ। ਮਹਾਰਾਜ ਕਹਿਣ ਲੱਗੇ ਭਾਈ ਇਸ ਪ੍ਰਕਾਰ ਦੇ ਨਾਲ ਇਹਦੇ ਜੀਵਨ ਦਾ ਗੇੜਾ ਵੱਜਦਾ ਹੈ। ਬਹੁਤ ਸਜਾਏ ਪਿਆ ਦੇਸ ਲੰਮਾ। ਕਹਿੰਦੇ ਫਿਰ ਇਹ ਲੰਮੀ ਵਾਟ ਦੇ ਉੱਪਰ, ਲੰਮੇ ਦੇਸ਼ ਦੇ ਉੱਪਰ ਗਿਆ ਹੈ। ਬਹੁਤ ਸਜਾਏ, ਬੜੀ ਵੱਡੀ ਕਰੜੀ ਸਜ਼ਾ ਮਹਾਰਾਜ ਕਹਿਣ ਲੱਗੇ ਭਾਈ ਇਹਨੂੰ ਮਿਲੀ ਹੈ। ਸਤਿਗੁਰੂ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਾਣੀ ਦੇ ਅੰਦਰ ਮਹਾਰਾਜ ਜੀ ਜ਼ਿਕਰ ਕਰਦੇ ਹਨ, 84 ਲੱਖ ਜੋਨ ਉਪਾਈ, ਮਾਨਸ ਕਉ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ, ਦੁੱਖ ਪਾਏਂਦਾ। ਮਾਰੂ ਰਾਗ ਦੇ ਅੰਦਰ ਹੀ ਬਚਨ ਹਨ। ਮੰਨ ਲਓ ਕਿਸੇ ਨੇ ਪੌੜੀ ਛੱਤ ਦੇ ਉੱਪਰ ਚੜ੍ਹਨਾ ਹੈ, ਲੱਕੜ ਵਾਲੀ ਪੌੜੀ ਦੀ ਸਹਾਇਤਾ ਦੇ ਨਾਲ ਚੜ੍ਹਨ ਲੱਗਾ, ਪੈਰ ਪਹਿਲੇ ਡੰਡੇ ਤੋਂ ਛੁੱਟ ਗਿਆ, ਹੱਥ ਛੁੱਟ ਗਿਆ, ਫਿਰ ਪਹਿਲੇ ਤੋਂ ਸਫ਼ਰ ਸ਼ੁਰੂ ਕੀਤਾ। ਜੇ ਐਨ ਸਿਖਰ ਵਾਲੇ ਤੋਂ ਵੀ ਜੇ ਹੱਥ ਛੁੱਟ ਗਿਆ ਸਫ਼ਰ, ਤਾਂ ਫਿਰ ਪਹਿਲੇ ਤੋਂ ਹੀ ਕਰਨਾ ਹੈ। ਮਹਾਰਾਜ ਲੱਗੇ ਕਹਿਣ ਭਾਈ ਇਹਦਾ ਸਫ਼ਰ ਹੈ ਇਸ ਪ੍ਰਕਾਰ ਦਾ। ਜਮ ਜਮ ਮਰੈ, ਮਰੈ ਫਿਰ ਜੰਮੈ। ਬਹੁਤ ਸਜਾਏ ਪਿਆ ਦੇਸ਼ ਲੰਮੈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁਕੈ ਸੋ ਆਏ ਜਾਏ, ਦੁੱਖ ਪਾਏਂਦਾ। ਕਹਿੰਦੇ ਇਸ ਪ੍ਰਕਾਰ ਦੇ ਨਾਲ ਜੀਵ ਨੂੰ ਦੁੱਖ ਇਸ ਪ੍ਰਕਾਰ ਦੇ ਨਾਲ ਨਸੀਬ ਹੁੰਦੇ ਹਨ। ਜਿਹੜਾ ਆਪਾਂ ਬਚਨ ਪੜ੍ਹਨੇ ਹਾਂ, ਜਿਵੇਂ ਮੰਗਲਾਚਰਨ ਦੇ ਅੰਦਰ ਪੜਿਆ, ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ। ਬਹੁਤ ਸਜਾਏ ਪਿਆ ਦੇਸ਼ ਲੰਮੈ। ਉਹ ਕੋਈ ਦੁਨਿਆਵੀ ਕਿਲੋਮੀਟਰ ਨਹੀਂ ਹਨ ਕਿ ਮੈਂ 4 ਕਿਲੋਮੀਟਰ ਜਾਂ 20 ਕਿਲੋਮੀਟਰ ਤੋਂ ਆਇਆ ਹਾਂ। ਮਹਾਰਾਜ ਕਹਿੰਦੇ ਉਹਦਾ ਤੇ ਸਫ਼ਰ ਦਾ ਹੀ ਪਤਾ ਕੋਈ ਨਹੀਂ, ਕਿੰਨੇ ਕੁ ਜਨਮਾਂ ਦੇ ਵਿਛੜੇ ਹੋਏ ਹਾਂ। ਜਿਹਨੂੰ ਸਤਿਕਾਰਯੋਗ ਭਗਤ ਸਾਹਿਬਾਨ ਜੀ ਇਉਂ ਬਚਨ ਕਰਦੇ ਹਨ, ਸਤਿਕਾ ਪਾਵਨ ਪਵਿੱਤਰ ਬਾਣੀ ਅੰਦਰ ਭਗਤ ਰਵਿਦਾਸ ਸਾਹਿਬ ਜੀ, ਬਹੁਤ ਜਨਮ ਵਿਛਰੇ ਥੇ ਮਾਧੋ, ਬਹੁਤ ਜਨਮ ਵਿਛਰੇ ਥੇ ਮਾਧੋ, ਬਹੁਤ ਜਨਮ ਵਿਛਰੇ ਥੇ ਮਾਧੋ, ਬਹੁਤ ਜਨਮ ਵਿਛਰੇ ਥੇ ਮਾਧੋ। ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਆਸ ਲਗ ਜੀਵੋ। ਚਿਰ ਪਇਓ ਦਰਸ਼ਨ ਦੇਖੇ,
ਚਿਰ ਪਇਓ ਦਰਸ਼ਨ ਦੇਖੇ, ਚਿਰ ਪਇਓ ਦਰਸ਼ਨ ਦੇਖੇ, ਚਿਰ ਭਇਓ ਦਰਸ਼ਨ ਦੇਖੇ। ਮਹਾਰਾਜ ਕਹਿਣ ਲੱਗੇ ਬਹੁਤ ਸਜਾਏ ਪਿਆ ਦੇਸ਼ ਲੰਮੇ, ਲੰਮੇ ਸਫ਼ਰ ਦੇ ਉੱਪਰ, ਲੰਮੇ ਸਫ਼ਰ ਦੇ ਉੱਪਰ ਫਿਰ ਇਹ ਜੀਵ ਪੈ ਜਾਂਦਾ ਹੈ, ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮਾ, ਫਿਰ ਇਹਦਾ ਸਫ਼ਰ ਹੋਰ ਵੀ ਲੰਬੇਰਾ ਹੋ ਜਾਂਦਾ ਹੈ। ਜੇਨ ਕੀਤਾ ਤਿਸੈ ਨਾ ਜਾਣੇ ਅੰਧਾ, ਤਾਂ ਦੁੱਖ ਸਹੈ ਪ੍ਰਾਣੀਆਂ। ਜਿਸ ਸਾਹਿਬ ਜੀ ਨੇ ਕੀਤਾ ਹੈ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਇਹ ਕਹਿੰਦੇ ਜੀਵ ਹੈ ਹੀ ਅੰਨਾ ਹੈ। ਜੇ ਸਾਹਿਬ ਪਾਵਨ ਪਵਿੱਤਰ ਬਾਣੀ ਅੰਦਰੇ ਬਚਨ ਕਹਿ ਰਹੇ ਹਨ, ਸਾਧ ਸੰਗਤ ਜੀਓ ਕੇਵਲ ਦਾਸ ਵਿਆਖਿਆ ਹੀ ਕਰ ਰਿਹਾ ਹੈ। ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਕਹਿੰਦੇ ਇਹ ਜੀਵ ਹੈ ਹੀ ਅੰਨਾ ਹੈ। ਜਿਸ ਸਾਹਿਬ ਜੀਆਂ ਨੇ ਕੀਤਾ ਹੈ, ਜਿਸ ਸਾਹਿਬ ਜੀਆਂ ਨੇ ਸਿਰਜਿਆ ਹੈ, ਉਸੇ ਨੂੰ ਹੀ ਭੁਲਾਈ ਬੈਠਾ ਹੈ। ਚੱਚਾ ਰਚਤ ਚਿੱਤਰ ਹੈ ਪਾਰੀ, ਤਜ ਚਿੱਤਰੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰੈ ਚਿਤ ਰਾਖਚ ਤੇਰਾ। ਕਹਿੰਦੇ ਉਸ ਪਰਿਪੂਰਨ ਪਰਮਾਤਮਾ ਨੂੰ ਤੂੰ ਯਾਦ ਰੱਖ, ਤੂੰ ਕੇਵਲ ਫੋਟੋ ਨਾ ਵੇਖ, ਚਿੱਤਰਕਾਰੀ ਨਾ ਵੇਖ, ਜਿਸ ਸਿਰਜਣਹਾਰ ਨੇ ਬਣਾਈ ਹੈ, ਕਹਿੰਦੇ ਤੂੰ ਉਸ ਨੂੰ ਵੇਖ। ਜਿਨ ਕੀਤਾ, ਜਿਸ ਨੇ ਬਣਾਇਆ ਹੈ, ਤਿਸੈ ਨਾ ਜਾਣੀ ਅੰਧਾ, ਉਸ ਨੂੰ ਨਹੀਂ ਜਾਣਦਾ, ਤਾਂ ਦੁੱਖ ਸਹਿ ਪ੍ਰਾਣੀਆਂ। ਹੈ ਭਾਈ, ਤਾਂ ਫਿਰ ਜੋ ਇਹ ਜੀਵ ਵੱਡਾ ਦੁੱਖ ਇਹਨੂੰ ਮਿਲਦਾ ਹੈ। ਹਾਲਕ ਥਾਵਹੁ ਭੁੱਲਾ ਮੁਠਾ, ਇਹ ਜੀਵ ਉਸ ਪਰਿਪੂਰਨ ਪਰਮਾਤਮਾ ਤੋਂ ਭੁੱਲਾ ਹੈ। ਖਾਲਕ, ਖਾਲਕ ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਤੋਂ, ਥਾਵੋਂ ਉਸ ਦੀ ਥਾਂ ਤੋਂ ਭੁੱਲਾ, ਭੁੱਲ ਗਿਆ ਹੈ। ਉਸ ਪਰਿਪੂਰਨ ਪਰਮਾਤਮਾ ਨੂੰ ਵਸਾਰੀ ਬੈਠਾ ਹੈ। ਦੁਨੀਆ ਖੇਲ ਬੁਰਾ ਰੁੱਠ ਤੁਠਾ, ਤਥਾ ਦੁਨੀਆ ਦੀ ਜਿਹੜੀ ਇਹ ਖੇਡ ਹੈ, ਦੁਨੀਆ ਖੇਲ ਬੁਰਾ ਰੁੱਠ ਤੁਠਾ, ਇਹ ਦੁਨੀਆ ਦੀ ਖੇਡ ਐਸੀ ਹੈ, ਕਦੇ ਇਹ ਜੀਵ ਪ੍ਰਸੰਨ ਹੋ ਜਾਂਦਾ ਹੈ, ਰੁੱਸ ਜਾਂਦਾ ਹੈ, ਕਦੇ ਇਹ ਜੀਵ ਪ੍ਰਸੰਨ ਹੋ ਜਾਂਦਾ ਹੈ। ਮਹਾਰਾਜੀਆਂ ਦਾ ਪਾਵਨ ਪਵਿੱਤਰ ਬਚਨ ਆਉਂਦਾ ਹੈ, ਸਾਹਿਬ ਜੀ ਦੇ ਬੋਲ, ਤਿਸ ਸਿਉ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ। ਕਹਿੰਦੇ ਜਿਸ ਸਾਹਿਬ ਨੂੰ ਸਾਡੀ ਚਿੰਤਾ ਹੈ, ਕਦੇ ਉਹਦੇ ਨਾਲ ਰੁੱਸਿਆਂ ਗੱਲ ਬਣ ਜਾਏਗੀ। ਤਿਸ ਸਿਉ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ, ਜਿਹਨੂੰ ਸਾਡੀ ਚਿੰਤਾ ਹੈ, ਜੋ ਕਰਨਹਾਰਾ ਹੈ, ਕਿ ਉਹਦੇ ਨਾਲ ਰੁੱਸ ਕੇ ਕੰਮ ਚੱਲ ਜਾਏਗਾ। ਦੁਨੀਆ ਖੇਲ ਬੁਰਾ ਰੁੱਠ ਠੁੱਠਾ, ਦੁਨੀਆ ਦੀ ਜਿਹੜੀ ਖੇਡ ਹੈ ਇਹ ਇਸ ਪ੍ਰਕਾਰ ਹੈ, ਕਦੇ ਜੀਵ ਪ੍ਰਸੰਨ ਹੋ ਗਿਆ, ਕਦੇ ਜੀਵ ਨਿਰਾਸ਼ ਹੋ ਗਿਆ। 4 ਪੈਸੇ ਮਿਲ ਗਏ ਪ੍ਰਸੰਨ ਹੋ ਗਿਆ, 4 ਪੈਸੇ ਚਲੇ ਗਏ ਜੀਵ ਅਤਿਅੰਤ ਨਿਰਾਸ਼ ਹੋ ਗਿਆ। ਦੁਨੀਆ ਖੇਲ ਬੁਰਾ, ਰੁੱਠ, ਰੁੱਠ ਦਾ ਮਤਲਬ ਰੁੱਸ ਜਾਣਾ, ਤੁੱਠਾ ਮਤਲਬ ਪ੍ਰਸੰਨ ਹੋ ਜਾਣਾ। ਕਦੇ ਇਹ ਬੜਾ ਪ੍ਰਸੰਨ ਹੁੰਦਾ ਹੈ, ਕਦੇ ਇਹ ਬੜਾ ਨਿਰਾਸ਼ ਜਿਹਾ ਹੋ ਕੇ ਬੈਠ ਜਾਂਦਾ ਹੈ। ਜਿਵੇਂ ਸਾਹਿਬ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ, ਭਗਤ ਰਵਿਦਾਸ ਸਾਹਿਬ ਜੀਆਂ ਦੇ, ਕਹਿੰਦੇ ਕੁਛ ਵੀ ਇਹਨੂੰ ਨਸੀਬ ਹੋ ਜਾਏ, ਬੜਾ ਪ੍ਰਸੰਨ ਹੋਇਆ। ਇਹ ਮਿੱਟੀ ਦਾ ਬਣਿਆ ਹੋਇਆ ਪੁਤਲਾ ਹੈ, ਜੇ ਕੁਝ 4 ਪੈਸੇ ਵੱਧ ਆ ਗਏ ਤਾਂ ਅਤਿਅੰਤ ਪ੍ਰਸੰਨ, ਜੇ 4 ਪੈਸੇ ਕੋਲੋਂ ਚਲੇ ਗਏ ਤਾਂ ਅਤਿਅੰਤ ਹੀ ਬੜਾ ਹੀ ਨਿਰਾਸ਼ ਹੋਇਆ। ਇਸ ਪ੍ਰਕਾਰ ਦੇ ਨਾਲ ਇਹ ਦੁਨੀਆ ਦੀ ਖੇਡ ਹੈ। ਸਿਦਕ ਸਬੂਰੇ ਸੰਤ ਨ ਮਿਲਿਓ, ਵਤੈ ਆਪਣ ਭਾਣੀਆਂ। ਵਤੈ ਆਪਣ ਭਾਣੀਆਂ, ਇਹ ਆਪਣੀ ਖੇਡ ਦੇ ਅਨੁਸਾਰ ਆਪਣੀ ਮੌਜ ਵਿੱਚ ਤੁਰ ਰਿਹਾ ਹੈ। ਸਿਦਕ ਸਬੂਰੀ ਸੰਤ ਨਾ ਮਿਲਿਓ, ਇਹਨੂੰ ਕੋਈ ਕਰਮਾਂ ਵਿੱਚ, ਇਹਦੇ ਕਰਮਾਂ ਵਿੱਚ ਕੋਈ ਭਲਾ ਪੁਰਖ ਇਹਨੂੰ ਮਿਲਿਆ ਹੀ ਨਹੀਂ, ਜਿਹਦੇ ਕੋਲੋਂ ਇਹ ਦੁਨੀਆ ਦੀ ਜਾਂ ਜੀਵਨ ਦੀ ਜਿਹੜੀ ਚੰਗੀ ਸੇਧ ਇਹ ਲੈ ਸਕਦਾ। ਸਿਦਕ ਸਬੂਰੀ, ਜਿਨ੍ਹਾਂ ਦੇ ਕੋਲੋਂ ਇਹ ਜੀਵਨ ਦੀ ਸੇਧ ਜਿਨ੍ਹਾਂ ਪਾਸੋਂ ਲੈ ਸਕਦਾ, ਜਿਨ੍ਹਾਂ ਕੋਲੋਂ ਇਹ ਸਿਦਕ ਦਾ ਰਸਤਾ ਪੁੱਛ ਸਕਦਾ। ਸਿਦਕ ਸਬੂਰੀ ਸੰਤ ਨਾ ਮਿਲਿਓ, ਵਤੈ ਆਪਣ ਭਾਣੀਆਂ,
ਆਪਣ ਭਾਣੀਆਂ ਕਹੇ ਆਪਣੀ ਮਰਜ਼ੀ ਦੇ ਅਨੁਸਾਰ ਹੀ ਤੁਰ ਰਿਹਾ ਹੈ। ਜਿਸ ਪ੍ਰਕਾਰ ਦੇ ਨਾਲ ਇੱਕ ਹਾਥੀ ਆਪਣੀ ਮਰਜ਼ੀ ਦੇ ਨਾਲ ਮਸਤ ਹੋ ਕੇ ਕਿਸੇ ਪਾਸੇ ਤੁਰੇ ਤੇ ਕਈ ਵਾਰ ਉਹ ਉਜਾੜਾ ਪਾ ਦਿੰਦਾ ਹੈ, ਇਸੇ ਪ੍ਰਕਾਰ ਦੇ ਨਾਲ ਮਹਾਰਾਜ ਕਹਿੰਦੇ ਭਾਈ ਇਹ ਵੀ ਇਸੇ ਪ੍ਰਕਾਰ ਨਾਲ ਹੋਇਆ ਹੈ, ਆਪਣੀ ਮਰਜ਼ੀ ਦੇ ਅਨੁਸਾਰ ਹੈ। ਇਹਦੇ ਸਿਰ ਦੇ ਉੱਪਰ ਮੁਹਾਵਤ ਦਾ ਕੁੰਡਾ ਨਹੀਂ, ਇਹਦੇ ਸਿਰ ਦੇ ਉੱਪਰ ਸ਼ਬਦ ਦਾ ਕੁੰਡਾ ਨਹੀਂ। ਜੇ ਸ਼ਬਦ ਦਾ ਕੁੰਡਾ, ਸ਼ਬਦ ਦੀ ਨੱਥ ਇਹਨੂੰ ਪਈ ਹੋਵੇ ਤਾਂ ਇਹ ਸਿੱਧਾ ਤੁਰਿਆ ਜਾਏਗਾ। ਸਿਦਕ ਸਬੂਰੀ ਸੰਤ ਨਾ ਮਿਲਿਓ, ਵਤਾ ਆਪਣ ਭਾਣੀਆਂ, ਕਹਿੰਦੇ ਇਹ ਆਪਣੀ ਮਰਜ਼ੀ ਅਨੁਸਾਰ ਹੈ। ਮੌਲਾ ਖੇਲ ਕਰੇ ਸਭ ਆਪੇ, ਉਹ ਪਰਿਪੂਰਨ ਪਰਮਾਤਮਾ ਦੇ ਉਹਦੇ ਹੱਥ ਹੀ ਇਹ ਸਾਰੇ ਜਗਤ ਦੀ ਖੇਡ ਹੈ। ਮੌਲਾ ਖੇਲ ਕਰੇ ਸਭ ਆਪੇ, ਇਹ ਸਾਰੀ ਖੇਡ ਉਸੇ ਮਾਲਕ ਦੇ ਹੱਥ ਹੈ। ਇੱਕ ਕੱਢੇ ਇੱਕ ਲਹਿਰ ਵਿਆਪੇ। ਹੁਣ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆਂ ਮਹਾਰਾਜ ਫਿਰ ਇਹ ਬਚਨ ਕਰਦੇ ਹਨ, ਜਿਵੇਂ ਉਹ ਸੁਖਮਨੀ ਸਾਹਿਬ ਦੇ ਅੰਦਰ ਬਚਨ ਕਰਦੇ ਹਨ ਨਾ, ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ। ਕਹਿੰਦੇ ਨਿਰਗੁਣ ਹੈ, ਇਹ ਭੁੱਲ ਜਾਂਦਾ ਹੈ ਕਿਸੇ ਦੇ ਕੀਤੇ ਹੋਏ ਨੂੰ। ਹੁਣ ਮਹਾਰਾਜ ਕਹਿਣ ਲੱਗੇ ਭਾਈ ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਕਈਆਂ ਨੂੰ ਤਾਂ ਲਹਿਰਾਂ ਵਿੱਚ ਪਿਆ ਹੋਇਆਂ ਨੂੰ ਮਹਾਰਾਜ ਜੀਆਂ ਨੇ ਬਾਹ ਤੋਂ ਪਕੜ ਕੇ ਬਾਹਰ ਉਹਨਾਂ ਨੂੰ ਕੱਢ ਲਿਆ, ਬਾਹੋਂ ਪਕੜ ਕੇ। ਕਈ ਜਿਹੜੇ ਡੁੱਬ ਰਹੇ ਸਨ, ਇਤਿਹਾਸ ਵਿੱਚੋਂ ਆਪਾਂ ਦਰਸ਼ਨ ਕਰਨੇ ਹਾਂ, ਜਿਹੜੇ ਗਰਕੇ ਹੋਏ ਸਨ ਸੰਸਾਰ ਵਿੱਚ, ਜਿਨ੍ਹਾਂ ਬਾਬਤ ਕਹਿ ਦਿੱਤਾ ਕਿ ਇਹ ਜਗਤ ਦੇ ਵਿੱਚੋਂ ਪਾਰ ਨਹੀਂ ਹੋ ਸਕਦੇ। ਮਹਾਰਾਜ ਜੀਆਂ ਦੇ ਸ਼ਬਦ ਆਉਂਦੇ ਨੇ ਨਾ, ਰੇਚਿਤ ਚੇਤ ਕਾਹੇ ਨਾ ਬਾਲ ਮੀਕੈ ਦੇਖ, ਕਿਸ ਜਾਤ ਤਹਿ ਕਹਿ ਪਦੈ ਅਮਰਿਓ, RAM ਭਗਤ ਵਿਸ਼ੇਖ ਤੂੰ ਵੇਖਦਾ ਕਿਉਂ ਨਹੀਂ। ਅਜਾਮਲ ਪਾਪੀ ਜਗ ਜਾਣੈ ਨਿਮਖ ਮਹਿ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ। ਮਹਾਰਾਜ ਲੱਗੇ ਕਹਿਣ ਭਾਈ ਮੌਲਾ ਖੇਲ ਕਰੇ ਸਭ ਆਪੇ, ਇੱਕ ਕੱਢੇ ਇੱਕ ਲਹਿਰ ਵਿਆਪੇ। ਕਈਆਂ ਨੂੰ ਬਾਹਰ ਕੱਢ ਲਿਆ, ਕਈ ਅਜੇ ਵੀ ਉਹਨਾਂ ਦੁਨਿਆਵੀ ਲਹਿਰਾਂ ਦੇ ਅੰਦਰ ਪਏ ਰਹੇ। ਜਿਉ ਨਚਾਏ ਤਿਉ ਤਿਉ ਨਚਨ, ਸਿਰ ਸਿਰ ਕਿਰਤ ਵਿਹਾਣੀਆਂ। ਕਹਿੰਦੇ ਸਿਰ ਦੇ ਉੱਪਰ ਉਹਨਾਂ ਦੇ ਕਿਰਤ ਹੈ, ਲੇਖਾਂ ਦੀ ਕਿਰਤ ਹੈ। ਜਿਉਂ ਨਚਾਏ ਤਿਉਂ ਤਿਉਂ ਨੱਚਣ, ਜਿਸ ਪ੍ਰਕਾਰ ਦੇ ਨਾਲ ਉਹ ਆਪਣੀਆਂ ਕਠਪੁਤਲੀਆਂ ਨੂੰ ਨਚਾ ਰਿਹਾ ਹੈ, ਜੀਵ ਤਾਂ ਉਸੇ ਤਰ੍ਹਾਂ ਹੀ ਨੱਚ ਰਹੇ ਹਨ ਜਿਸ ਪ੍ਰਕਾਰ ਉਹ ਮਾਲਕ ਪ੍ਰੇਰ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲੱਗੇ ਕਹਿਣ, ਕਹਿੰਦੇ ਜਿਸ ਪ੍ਰਕਾਰ ਉਹਨੇ ਪ੍ਰੇਰਿਆ ਹੈ ਜਾਂ ਜਿਸ ਪ੍ਰਕਾਰ ਜੀਆਂ ਦੇ ਮੱਥੇ ਦੇ ਉੱਪਰ ਨੇ, ਮਹਾਰਾਜ ਕਹਿੰਦੇ ਭਾਈ ਉਸੇ ਤਰ੍ਹਾਂ ਹੀ ਇਹ ਲੱਗੇ ਹੋਏ ਹਨ ਉਹਨਾਂ ਕੰਮਾਂ ਦੇ ਅੰਦਰ। ਜੇ ਵਿੱਚੋਂ ਕਈ ਲੱਗ ਕੇ ਨਾਮ ਸਿਮਰਨ ਵਾਲੇ ਪਾਸੇ ਲੱਗ ਗਏ ਹਨ, ਕਹਿੰਦੇ ਇਹ ਉਹਦੀ ਬਖਸ਼ਿਸ਼ ਹੈ ਜਿਨ੍ਹਾਂ ਨੂੰ ਬਾਹਰ ਕੱਢ ਲਿਆ। ਕਹਿੰਦੇ ਜੇ ਕੋਈ ਦੁਨਿਆਵੀ ਵਿੱਚ ਖਚਤ ਹੈ, ਮਹਾਰਾਜ ਕਹਿੰਦੇ ਭਾਈ ਅਜੇ ਮਿਹਰ ਨਹੀਂ ਹੋਈ ਉਹਨਾਂ ਦੇ ਉੱਪਰ, ਅਜੇ ਉਹਨਾਂ ਦੇ ਉੱਪਰ ਕਿਰਪਾ ਨਹੀਂ ਹੋਈ। ਜਿਉਂ ਨਚਾਏ ਤਿਉਂ ਤਿਉਂ ਨੱਚਣ, ਸਿਰ ਸਿਰ ਕਿਰਤ ਵਿਹਾਣੀਆਂ, ਜੋ ਉਹਨਾਂ ਦੇ ਸਿਰ ਦੇ ਉੱਪਰ ਜਾਂ ਉਹਨਾਂ ਦੇ ਮਸਤਕ ਦੇ ਭਾਗ ਹਨ। ਮਿਹਰ ਕਰੇ ਤਾਂ ਖਸਮ ਧਿਆਏ। ਮਹਾਰਾਜ ਜੀ ਬੇਨਤੀ ਕਰ ਰਹੇ ਹਨ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਨੇ ਬੇਨਤੀ ਖੁਦ ਕੀਤੀ ਤਥਾ ਸਾਨੂੰ ਕਰਨ ਦਾ ਵੱਲ ਤਰੀਕਾ ਦੱਸਿਆ। ਹੇ ਗੁਰੂ ਕੇ ਸਿੱਖਾ, ਤੂੰ ਜੀਵਨ ਵਿੱਚ ਨਿਰਾਸ਼ ਨਾ ਹੋ, ਤੇਰੇ ਕੋਲ ਬੇਨਤੀ ਹੈ। ਤੂੰ ਅਰਦਾਸ ਕਰ। ਸਤਿਗੁਰੂ ਮਹਾਰਾਜ ਜੀ ਆਪ ਪਏ ਬੇਨਤੀ ਕਰ ਰਹੇ ਹਨ, ਕਹਿੰਦੇ ਮਿਹਰ ਕਰੇ, ਜੇ ਉਹ ਆਪਣੀ ਨਜ਼ਰੇ ਅਨਾਇਤ ਕਰ ਦਵੇ, ਤਰਸ ਕਰ ਦਵੇ, ਮਿਹਰ ਕਰੇ ਤਾਂ ਖਸਮ ਤੇ ਆਈ, ਤਾਂ ਮੈਂ ਉਸ ਮਾਲਕ ਨੂੰ ਸਿਮਰ ਸਕਾਂ, ਉਹਦੇ ਨਾਮ ਸਿਮਰਨ ਸੰਗ ਜੁੜ ਸਕਾਂ। ਸੰਤਾ ਸੰਗਤ ਨਰਕ ਨਾ ਪਾਏ। ਪੁਰਖਾਂ ਦੀ ਸੰਗਤ ਵਿੱਚ ਜੁੜ ਬੈਠ ਕੇ ਨਰਕ ਨਾ ਪਾਈ, ਮੈਂ ਨਰਕ ਵਾਲੇ ਪਾਸੇ ਉਸ ਪਾਸੇ ਦਾ ਪਾਂਦੀ ਨਾ ਬਣਾ। ਮਿਹਰ ਕਰੇ ਤਾਂ ਖਸਮ ਤੇ ਆਈ, ਸੰਤਾ ਸੰਗਤ ਨਰਕ ਨਾ ਪਾਈ। ਭਲੇ ਪੁਰਖਾਂ ਦੀ ਸ਼ੋਭਤ ਨਾਲ, ਉਹਨਾਂ ਦੇ ਸੰਗ ਜੁੜਨ ਦੇ ਬੈਠਣ ਦੇ ਨਾਲ ਇੰਨੀ ਕੁ ਨਸੀਬ ਹੋ ਜਾਏ
ਕਿ ਮੈਂ ਮਾੜੇ ਪਾਸੇ ਨਰਕਾਂ ਦਾ ਪਾਂਦੀ ਨਾ ਬਣਾ। ਅੰਮ੍ਰਿਤ ਨਾਮ ਦਾਨ ਨਾਨਕ ਕੋ ਗੁਣ ਗੀਤਾ ਨਿਤ ਵਖਾਣਿਆ। ਗੁਰਦੇਵ ਮਹਾਰਾਜ ਜੀਆਂ ਨੇ ਅਖੀਰ ਦੇ ਅੰਦਰ ਬੇਨਤੀ ਕੀਤੀ, ਅੰਮ੍ਰਿਤ ਨਾਮ ਦਾਨ ਨਾਨਕ ਕਉ। हे ਮਾਲਕ ਜੀ, ਆਪ ਰਹਿਮਤ ਕਰੋ ਪਰਿਪੂਰਨ ਪਰਮਾਤਮਾ, ਦਾਸ ਨਾਨਕ ਨੂੰ ਆਪਣਾ ਅੰਮ੍ਰਿਤ ਰੂਪੀ ਨਾਮ ਦੇਵੋ, ਗੁਣ ਗੀਤਾ ਨਿਤ ਵਖਾਣੀਆਂ, ਮੈਂ ਨਿਤ ਤੇਰੇ ਨਾਮ ਨੂੰ ਜਪਾਂ। ਇਹ ਆਪ ਜੀ ਰਹਿਮਤ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੋ ਆਪ ਸਵਯੰ ਉਸ ਪਰਿਪੂਰਨ ਪਰਮਾਤਮਾ ਦਾ ਰੂਪ ਹਨ। ਗੁਰਦੇਵ ਮਹਾਰਾਜ ਜੀ ਤਾਂ ਨਿਤ ਉਹਦਾ ਸਵਰੂਪ ਹਨ ਪਰਿਪੂਰਨ ਪਰਮਾਤਮਾ ਦਾ। ਆਪ ਨਿਤਾ ਪ੍ਰਤ ਬਾਣੀ ਭਾਵੇਂ ਉਹਨਾਂ ਉਚਾਰਨ ਕੀਤੀ, ਫਿਰ ਵੀ ਨਿਤਾ ਪ੍ਰਤ ਨਾਮ ਸਿਮਰਨ ਦੇ ਅੰਦਰ ਹਨ। ਪਰ ਮਹਾਰਾਜ ਜੀ ਸਾਨੂੰ ਬੇਨਤੀ ਕਰਨ ਦਾ ਢੰਗ ਤਰੀਕਾ ਦੱਸਦੇ ਹਨ। ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਹਨ, ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ, ਭਾਵੇਂ ਤੀਰਕ ਭਾਵੇਂ ਧੱਕੇ ਏਕ ਵਡਾਈ ਦੇ। ਜੇ ਕਿਤੇ ਮਾਲਕ ਦੇ ਘਰ ਆਪਾਂ ਕੋਈ ਕੂਕ ਕਰ ਵੀ ਦਵੇ, ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਣੈ ਕਬੂ ਕੈ ਸੁਣੈ ਪੁਕਾਰ। ਕਹਿੰਦੇ ਨਿਰਾਸ਼ ਨਾ ਹੋ, ਜੇ ਭਿਖਾਰੀ ਨੇ ਆਣ ਦਰਵਾਜੇ ਦੇ ਉੱਪਰ ਖੜਕਾਇਆ, ਕੋਈ ਗੱਲ ਨਹੀਂ, ਪਹਿਲੀ ਵਾਰ ਨਹੀਂ ਖੋਲਿਆ, ਦੂਸਰੀ ਵਾਰ ਨਹੀਂ ਖੋਲਿਆ, ਤੀਸਰੀ ਵਾਰ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਮਾਲਕ ਜੀ ਮੈਂ ਤਾਂ ਹਾਂ ਆਪ ਦੇ ਦਰ ਦਾ ਭਿਖਾਰੀ, ਪਹਿਲੀ ਗੱਲ ਮੇਰੀ ਝੋਲੀ ਵਿੱਚ ਖੈਰ ਪਏਗੀ, ਜੇ ਨਾ ਵੀ ਪਈ ਤੇ ਘੱਟੋ ਘੱਟ ਮੇਰੇ ਪਾਪੀ ਸਰੀਰ ਨੂੰ ਤੁਹਾਡੇ ਪਵਿੱਤਰ ਹੱਥ ਤਾਂ ਲੱਗਣਗੇ ਨਾ ਜਦੋਂ ਧੱਕੇ ਮਾਰੋਗੇ। ਮਹਾਰਾਜ ਜੀਆਂ ਦੇ ਸ਼ਬਦ ਹਨ, ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ, ਭਾਵੇਂ ਧੀਰਕ ਭਾਵੇਂ ਧੱਕੇ ਏਕ ਵਡਾਈ ਦੇ, ਕੁਝ ਤਾਂ ਝੋਲੀ ਵਿੱਚ ਪਾਓਗੇ। ਅੰਮ੍ਰਿਤ ਨਾਮ ਦਾਨ ਨਾਨਕ ਕਉ, ਗੁਣ ਗੀਤਾ ਨਿਤ ਵਖਾਣੀਆਂ। हे ਮੇਰੇ ਮਾਲਕ ਜੀ, ਆਪ ਰਹਿਮਤ ਕਰੋ, ਨਾਮ ਰੂਪੀ ਦਾਤ ਸਾਡੀ ਝੋਲੀ ਵਿੱਚ ਪਾਓ, ਅਸੀਂ ਆਪ ਜੀਆਂ ਦੇ ਨਾਮ ਨੂੰ हे ਮੇਰੇ ਮਾਲਕ ਸੱਚੇ ਪਾਤਸ਼ਾਹ ਨਿਤਾ ਪ੍ਰਤ ਸਿਮਰ ਸਕੀਏ। ਸੋ ਸਾਧ ਸੰਗਤ ਜੀ, ਇਹ ਸਨ ਅੱਜ ਦੇ ਪਾਵਨ ਪਵਿੱਤਰ ਮੁਬਾਰਕ ਸ਼ਬਦ ਜੋ ਅੰਮ੍ਰਿਤ ਵੇਲੇ ਮੁੱਖ ਵਾਕ ਰੂਪ ਵਿੱਚ ਮਾਰੂ ਰਾਗ ਦੇ ਅੰਦਰ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੇ। ਸ਼ਬਦਾਂ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਸਮਤ ਬਖਸ਼ਣ। ਪਾਵਨ ਪਵਿੱਤਰ ਹਰਿ ਜਸ ਆਪਣੇ ਪਾਵਨ ਮੁਬਾਰਕ ਸਥਾਨਾਂ ਤੇ ਜੋ ਕਥਾ ਵਿਚਾਰ ਕਰਨੇ ਹਾਂ ਜੀਵਨ ਵਿੱਚ ਵੀ ਟਾਲ ਸਕੀਏ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।